परम सन्मान सत्कारयोग। शब्द गुर पीरा गहर गंभीरा, बिन शब्द जग बौरानन। तुर की बाणी आई, तिन सगली चिंत मिटाई। सतगुरु साहिब गुरु ग्रंथ साहिब जी दी पावन पवित्र निघी गोद दा आनंद मान रही। गुरु रूप गुरु खालसा साध संगत जी। वाहिगुरु जी का खालसा, वाहिगुरु जी की फतेह। सतगुरु नानक देव साहिब सच्चे पातशाह जी दे पावन पवित्र अवतार आगमन पुरब दे संबंध विच आप जी दे सतगुरु सच्चे पातशाह जी दे चरणां विच जुड़ मिल बैठ करके सतगुरु दी बाणी दा पाठ कीर्तन सिमरन ऐसे सतगुरु जी दे अमृत रूप उपदेश नाल जुड़ करके आनंद मान रहे सी। गुरु नानक देव साहिब सच्चे पातशाह जी दे परोपकारां नूं विद्वानां दी राय है कि जिहड़े शरीर दे जिन्ने रोम ने ਇੰਨੀ ਵਾਰ ਵੀ ਕਿਤੇ ਜ਼ਬਾਨਾਂ ਪ੍ਰਾਪਤ ਹੋ ਜਾਣ ਤਾਂ ਵੀ ਸਮਗਰ ਰੂਪ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਪੂਰਨ ਗੁਣ ਉਹਨਾਂ ਦੇ ਪਰਉਪਕਾਰ ਅਸੀਂ ਗਾ ਨਹੀਂ ਸਕਦੇ। ਇੰਨੀ ਬੇਅੰਤਤਾ ਹੈ, ਇੰਨਾ ਵਡੱਪਣ ਹੈ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅੰਮ੍ਰਿਤਮਈ ਜੀਵਨ ਵਿੱਚ ਅਤੇ ਉਹਨਾਂ ਦੇ ਪਵਿੱਤਰ ਅੰਮ੍ਰਿਤਮਈ ਉਪਦੇਸ਼ ਵਿੱਚ। ਫਿਰ ਵੀ ਸ਼ਾਇਦ ਆਪ ਜੀ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਪ੍ਰੋਗਰਾਮਾਂ ਅਨੁਸਾਰ ਗੁਰੂ ਕੇ ਸਨਮੁਖ ਹੋ ਕੇ ਸਤਿਗੁਰੂ ਜੀ ਦੇ ਗੁਣ ਗਾਉਂਦੇ ਆ ਰਹੇ ਹੋ। ਮੈਨੂੰ ਜਦੋਂ ਗੁਰਮੁਖ ਖਜ਼ਾਨਾ ਨੇ ਹੁਕਮ ਕੀਤਾ ਉਦੋਂ ਇਹ ਹੁਕਮ ਆਇਆ ਕਿ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਦਾ ਜੋ ਅੰਤਲਾ ਪੜਾਅ ਹੈ ਕਰਤਾਰਪੁਰ ਦਾ ਵਾਸਾ ਜਾਂ ਕਰਤਾਰਪੁਰ ਸਾਹਿਬ ਦਾ ਪਵਿੱਤਰ ਇਤਿਹਾਸ, ਉੱਥੇ ਗੁਰੂ ਸੱਚੇ ਪਾਤਸ਼ਾਹ ਜੀ ਨੇ ਕੀ ਕੌਤਕ ਕੀਤੇ, ਕਿਵੇਂ ਕਿਵੇਂ ਦੇ ਅੰਮ੍ਰਿਤ ਰੂਪ ਉਪਦੇਸ਼ ਬਖਸ਼ੇ, ਕੀ ਵਿਸ਼ੇਸ਼ਤਾ ਹੈ ਉਸ ਸਥਾਨ ਦੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਵਿੱਚ। ਖਾਸ ਕਰਕੇ ਇਹਦੇ ਇਰਦ ਗਿਰਦ ਆਲੇ ਦੁਆਲੇ ਰਹਿ ਕੇ ਆਪਾਂ ਕੁਝ ਸਮਾਂ ਗੁਰੂ ਕਾ ਜਸ, ਗੁਰੂ ਕੀਆਂ ਵਡਿਆਈਆਂ, ਗੁਰੂ ਕਾ ਅੰਮ੍ਰਿਤਮਈ ਇਤਿਹਾਸ, ਗੁਰੂ ਕੇ ਪਵਿੱਤਰ ਉਪਦੇਸ਼ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਕਰਤਾਰਪੁਰ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਜੀਵਨ ਵਿੱਚ ਪਹਿਲੀ ਉਦਾਸੀ ਦੇ ਗੇੜ ਦੇ ਤਕਰੀਬਨ ਅਖੀਰਲੇ ਪੜਾਂ ਵਿੱਚ ਵੀ ਆਏ ਨੇ ਔਰ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਜਦੋਂ ਲਾਹੌਰ ਵਾਲੇ ਦੁਨੀ ਚੰਦ ਦਾ ਭਲਾ ਕਰਕੇ ਉਹ ਜਿਹੜਾ ਆਪਣੇ ਪਿਤਾ ਦੇ ਸਰਾਧ ਪਿਆ ਕਰਾ ਰਿਹਾ ਸੀ, ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੱਚ ਦਾ ਗਿਆਨ ਦੇ ਕੇ ਇਸ ਰਾਵੀ ਦੇ ਕੰਢੇ ਇੱਕ ਪਾਸੇ ਤੁਰਦੇ ਤੁਰਦੇ ਪੱਖੋ ਕੇ ਰੰਧਾਵੇ ਪਿੰਡ ਵਿੱਚ ਆਣ ਕੇ ਬੈਠਦੇ ਹਨ। ਇਹ ਉਹ ਨਗਰ ਹੈ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਹੁਰਾ ਸਾਹਿਬ ਪਟਵਾਰ ਦੀ ਨੌਕਰੀ ਕਰਦਾ ਹੈ। ਇਸ ਕਰਕੇ ਜਦੋਂ ਸਤਿਗੁਰੂ ਜੀ ਦੇ ਇੱਥੇ ਆਉਣ ਦੀ ਖਬਰ ਮਿਲਦੀ ਏ ਤੇ ਉਹ ਵੀ ਆਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦਾ ਹੈ, ਲੇਕਿਨ ਆਪਣੇ ਪਰਿਵਾਰ ਦੇ ਮਸਲਿਆਂ ਦੀਆਂ ਉਲਝਣਾਂ ਸਾਹਮਣੇ ਲਿਆ ਕਰਕੇ ਖੋਲ੍ਹਣ ਦਾ ਯਤਨ ਕਰਦਾ ਵੀ ਮਹਾਰਾਜ ਤੁਸੀਂ ਚੰਗਾ ਨਹੀਂ ਕੀਤਾ। ਉੱਚਾ ਨੀਵਾਂ ਬੋਲਦਾ। ਇਹ ਤੇ ਆਦ ਕਿ ਇਹ ਥੋੜ੍ਹੇ ਜਿਹੇ ਬੋਲ ਕਬੋਲ ਵੀ ਹੁੰਦੇ ਨੇ ਤੇ ਇੱਥੋਂ ਇੱਕ ਅਜਿੱਤਾ ਰੰਧਾਵਾ ਗੁਰੂ ਕਾ ਸਿੱਖ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਇਸ ਰਾਵੀ ਤੋਂ ਦੂਸਰੇ ਪਾਰਲੇ ਬੰਨੇ ਲੈ ਕੇ ਜਿੱਥੇ ਕੁਝ ਉਹਦੇ ਕੋਲ ਥਾਂ ਜਗ੍ਹਾ ਸੀ ਉੱਥੋਂ ਕੁਝ ਥਾਂ ਦੇ ਕੇ ਮਹਾਰਾਜ ਨੂੰ ਉੱਥੇ ਬਿਠਾਉਂਦਾ ਹੈ। ਇਹ ਵੀ ਜ਼ਿਕਰ ਆਉਂਦਾ ਵੀ ਉਸ ਅਜਿੱਤੇ ਰੰਧਾਵੇ ਨੇ ਆਪਣੀ ਸਮਰੱਥਾ ਅਨੁਸਾਰ ਇੱਕ ਕੱਚਾ ਮਕਾਨ ਥੋੜ੍ਹਾ ਬਹੁਤਾ ਥਾਂ ਬਣਾ ਕੇ ਮਹਾਰਾਜ ਨੂੰ ਬੈਠਣ ਵਾਸਤੇ ਸਥਾਨ ਬਣਾ ਦਿੱਤਾ। ਲੇਕਿਨ ਇਹਦੇ ਤੋਂ ਗਾਂ ਇੱਕ ਹੋਰ ਸਿੱਖ ਦੀ ਪ੍ਰੇਰਣਾ ਨਾਲ ਇਸੇ ਇਲਾਕੇ ਦਾ ਇੱਕ ਕਰੋੜੀ ਮੱਲ ਖੱਤਰੀ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਦੋਂ ਮਿਲਾਪ ਵਿੱਚ ਆਉਂਦਾ ਹੈ ਤੇ ਪਹਿਲੋਂ ਤੇ ਭਾਵਨਾ ਨਹੀਂ, ਕਿਉਂਕਿ ਪਹਿਲੋਂ ਉਹਨੂੰ ਇਹ ਗੱਲ ਖਬਰ ਮਿਲਦੀ ਹੈ ਕਿ ਉਹ ਆਪਣੇ ਆਪ ਦੇ ਵਿੱਚ ਇਸ ਇਲਾਕੇ ਦਾ ਕਰੋੜੀ ਮੱਲ ਸਿੱਖ ਹੈ, ਕਰੋੜਾਂ ਦਾ ਮਾਲਕ ਹੈ, ਬੜਾ ਅਮੀਰ ਖਵਾਉਂਦਾ ਹੈ। ਤੇ ਇਹ ਵੀ ਸੁਭਾਵਿਕ ਸੀ ਵੀ ਜਦੋਂ ਅਮੀਰ ਖਵਾਉਂਦਾ ਤੇ ਜਿਹੜਾ ਥੋੜ੍ਹਾ ਬਹੁਤਾ ਅਮੀਰੀ 'ਤੇ ਜਿਉਂਦਾ, ਅਮੀਰੀ 'ਤੇ ਜਿਉਣ ਨਾਲ ਉਹਦੀ ਸਰਕਾਰੇ ਦੁਆਰੇ ਬਹਿਣੀ ਖਲੋਣੀ ਹੈ,
ਵੱਡਿਆਂ ਬੰਦਿਆਂ ਲੋਕਾਂ ਨਾਲ ਬਹਿਣੀ ਖਲੋਣੀ ਹੈ। ਜਿਹਦੇ ਇਹੋ ਜਿਹੇ ਹੱਥ ਪੈਰ ਪੈਂਦੇ ਹੋਣ ਉਹ ਸਮਝਦਾ ਵੀ ਇਲਾਕਾ ਮੇਰਾ। ਇਸ ਥਾਂ ਤੇ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਸ ਅਜਿੱਤੇ ਰੰਧਾਵੇ ਨਾਮੀ ਸਿੱਖ ਦੇ ਕੁਝ ਜਗ੍ਹਾ ਦੇਣ ਤੋਂ ਕੁਝ ਧਰਮਸ਼ਾਲਾ ਆਦਿਕ ਦਾ ਸਥਾਨ ਬਣਾ ਕੇ ਮਹਾਰਾਜ ਨੇ ਇੱਥੇ ਸੱਚ ਦਾ ਧਰਮ ਦਾ ਉਪਦੇਸ਼ ਥੋੜ੍ਹਾ ਸਮਾਂ ਰਹਿ ਕੇ ਦਿੱਤਾ, ਤਾਂ ਇੱਥੇ ਕੁਝ ਵੈਰਾਗੀਆਂ ਦੀ ਜਮਾਤ ਪਿੰਡਾਂ ਦੀਆਂ ਗਲੀਆਂ ਵਿੱਚ ਗੁਰੂ ਨਾਨਕ ਦੇਵ ਸਾਹਿਬ ਦਾ ਜਸ ਗਾਉਂਦੀ ਫਿਰਦੀ ਹੈ। ਗੁਰੂ ਨਾਨਕ ਦੇਵ ਸਾਹਿਬ ਦੀ ਮਹਿਮਾ ਦੀਆਂ ਧਾਰਨਾ ਬਣਾ ਕੇ ਟੋਲੀਆਂ ਨਾਲ, ਜੋਟੀਆਂ ਨਾਲ, ਕਲੀਆਂ ਨਾਲ ਮਾਨੋ ਪਿੰਡਾਂ ਦੀਆਂ ਗਲੀਆਂ ਵਿੱਚ ਗਾਉਂਦੇ ਫਿਰਦੇ ਨੇ ਗੁਰੂ ਨਾਨਕ ਦੇਵ ਸਾਹਿਬ ਦਾ ਜਸ। ਜਦੋਂ ਉਹ ਜਸ ਗਾਉਂਦੇ ਗਾਉਂਦੇ ਇਸ ਕਰੋੜੀ ਮਲ ਖੱਤਰੀ ਦੇ ਕੰਨੀ ਪਿਆ ਤੇ ਇਹ ਕ੍ਰੋਧਿਤ ਹੋਇਆ। ਇਹਨੇ ਸਮਝਿਆ ਵੀ ਮੇਰੇ ਇਲਾਕੇ ਵਿੱਚ ਇਸ ਤਰ੍ਹਾਂ ਦਾ ਕੌਣ ਹੋ ਸਕਦਾ ਹੈ। ਪਹਿਲੇ ਦਿਨ ਮਹਾਂਪੁਰਸ਼ਾਂ ਨੇ ਜਿਹੜੇ ਸੁਣਦੇ ਹੋ ਕਥਾ, ਸ਼ਾਇਦ ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਇਸ ਸ਼ਬਦ ਦੀ ਜਦੋਂ ਕਥਾ ਮਹਾਂਪੁਰਸ਼ਾਂ ਦੀ ਲੜੀਵਾਰ ਕੈਸਟਾਂ 'ਤੇ ਜੋ ਹੈ ਉਹ ਸੁਣੋਗੇ ਤੇ ਇੱਥੇ ਸਾਰੀ ਉਥਾਨਕਾ ਇਸ ਸ਼ਬਦ ਦੀ ਦਰਸਾਈ ਹੈ ਵੀ ਉਹ ਕਰੋੜੀ ਮਲ ਖੱਤਰੀ ਜਿਹੜਾ ਸੀ, ਜਦੋਂ ਉਹਨੂੰ ਪਤਾ ਲੱਗਾ ਵੀ ਇਹ ਬੈਰਾਗੀ ਲੋਕ ਜਾਂ ਪਿੰਡ ਦੇ ਫਕੀਰ ਲੋਕ ਜਿਹੜੇ ਨੇ ਉਹ ਪਿੰਡਾਂ ਦੀਆਂ ਗਲੀਆਂ ਵਿੱਚ ਕਿਸੇ ਗੁਰੂ ਨਾਨਕ ਪੀਰ ਦਾ, ਨਾਨਕ ਫਕੀਰ ਦਾ ਜਸ ਗਾਉਂਦੇ ਫਿਰਦੇ ਨੇ, ਇਹ ਕ੍ਰੋਧਿਤ ਹੋ ਕੇ ਵੀ ਇਹ ਕੌਣ ਹੋ ਸਕਦਾ, ਮੈਂ ਇਹਨਾਂ ਨੂੰ ਮੱਤ ਦੇਵਾਂਗਾ। ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਹੀ ਅੱਖਰ ਵਰਤੇ ਨੇ ਵੀ ਮੈਂ ਸਮਝਾਉਣਾ ਜਾ ਕੇ ਇਹਨਾਂ ਨੂੰ। ਉਸ ਵੇਲੇ ਜ਼ਿਕਰ ਆਉਂਦਾ ਵੀ ਜਦੋਂ ਪਹਿਲੇ ਦਿਨ ਇਹ ਸੋਚ ਕੇ ਇਹ ਗੱਲ ਕਰਕੇ ਤੁਰਨ ਲੱਗਾ ਤੇ ਇਹਦੀ ਪੱਗ ਲੱਥ ਗਈ। ਘੋੜੀ ਤੇ ਚੜ੍ਹਨ ਲੱਗੇ ਦੀ ਪੱਗ ਡਿੱਗ ਪਈ। ਕੁਝ ਲੋਕਾਂ ਨੇ ਇਹਨੂੰ ਸਮਝਾਇਆ, ਭਲਿਆ ਨਾ ਕਰ, ਇਸ ਤਰ੍ਹਾਂ ਨਹੀਂ ਕਰੀਦਾ, ਪੀਰਾਂ ਫਕੀਰਾਂ ਨਾਲ ਆਪਣੇ ਮਨ ਦਾ ਵੈਰ ਨਹੀਂ ਰੱਖੀਦਾ। ਅਖੀਰ ਕਰਦਿਆਂ ਕਰਾਉਂਦਿਆਂ ਕੁਝ ਸਮਾਂ ਫੇਰ ਬਦਲਿਆ, ਪਰ ਇਹ ਲੰਘਿਆ, ਪਰ ਇਹਨੇ ਆਪਣੇ ਮਨ ਦੀ ਸੋਚ ਨਹੀਂ ਬਦਲੀ। ਫਿਰ ਕੁਝ ਸਮੇਂ ਬਾਅਦ ਇਹ ਘੋੜੀ ਤੇ ਚੜ੍ਹ ਕੇ ਕੁਝ ਆਪਣੇ ਨੌਕਰ ਚਾਕਰ ਨਾਲ ਲੈ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਜਿਵੇਂ ਆਪਣੀ ਸੋਚ ਅਨੁਸਾਰ ਕਿ ਮੈਂ ਇਹਨਾਂ ਨੂੰ ਮੱਤ ਦੇਣੀ ਹੈ, ਮੈਂ ਇਹਨਾਂ ਨੂੰ ਸਮਝਾਉਣਾ ਹੈ, ਜਦੋਂ ਇਹ ਭਾਵਨਾ ਲੈ ਕੇ ਆਇਆ ਹੈ ਤੇ ਇੱਥੇ ਪਹੁੰਚਣ ਤੋਂ ਜਦੋਂ ਉਹ ਘੋੜੀ ਤੋਂ ਉਤਰ ਕੇ ਆਪਣੇ ਹੰਕਾਰ ਦੀ ਬਿਰਤੀ ਲੈ ਕੇ ਸਤਿਗੁਰੂ ਵੱਲ ਨੂੰ ਤੁਰਨ ਲੱਗਦਾ ਹੈ ਤੇ ਉਹਦੀਆਂ ਅੱਖਾਂ ਅੰਨੀਆਂ ਹੋ ਜਾਂਦੀਆਂ ਨੇ, ਅੱਖਾਂ ਤੋਂ ਦਿਖਣਾ ਬੰਦ ਹੋ ਜਾਂਦਾ ਹੈ। ਇੱਥੇ ਕਈ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਵੀ ਉਹਨੇ 1-2 ਵਾਰ ਇਹ ਹੈਪਨ ਹੋਇਆ ਵੀ ਜਦੋਂ ਹੰਕਾਰ ਦੀ ਬਿਰਤੀ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮੱਤ ਦੇਣ ਦੀ ਸੋਚ ਲੈ ਕੇ ਉਧਰ ਨੂੰ ਤੁਰਦਾ ਹੈ ਤੇ ਅੱਖਾਂ ਤੋਂ ਦਿਸਦਾ ਕੁਝ ਨਹੀਂ। ਜੇ ਇੱਕ ਛਿਨ ਵਿੱਚ ਹੀ ਮਨ ਬਦਲ ਜਾਂਦਾ ਵੀ ਨਹੀਂ ਇਹ ਫਕੀਰ ਨੇ, ਇਹਨਾਂ ਦੇ ਚਰਨਾਂ ਤੇ ਮੱਥਾ ਟੇਕਾਂ, ਤੇ ਉਦੋਂ ਦਿਖਣਾ ਸ਼ੁਰੂ ਆਰੰਭ ਹੋ ਜਾਂਦਾ ਹੈ। ਫਿਰ ਕਦਮ ਪੁੱਟਣ ਲੱਗਦਾ ਤੇ ਫਿਰ ਹੰਕਾਰ ਆਉਂਦਾ ਵੀ ਨਹੀਂ ਕਰੋੜੀ ਮੱਲਾ, ਤੂੰ ਥੋੜਾ ਇਹਨਾਂ ਫਕੀਰਾਂ ਦੇ ਕਿਤੇ ਪੈਰੀਂ ਪੈਣਾ ਹੈ। ਜਦੋਂ ਫਿਰ ਹੰਕਾਰ ਆਉਂਦਾ ਤੇ ਫਿਰ ਇਹਦੀਆਂ ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ ਹੈ। ਅਖੀਰ ਇਹ ਜਦੋਂ ਅੱਖਾਂ ਤੋਂ ਨਿਗਾਹ ਬੰਦ ਹੋ ਗਈ ਤੇ ਉਸ ਵੇਲੇ ਕੁਝ ਇਹਦੇ ਨੌਕਰ ਚਾਕਰ ਜਦੋਂ ਇਹਨਾਂ ਨੂੰ ਵੇਖਿਆ ਵੀ ਡੱਕੋ ਡੋਲੇ ਖਾਂਦਾ ਫਿਰਦਾ, ਇਹਦੀਆਂ ਬਾਹਾਂ ਤੋਂ ਫੜਿਆ। ਬਾਹਾਂ ਤੋਂ ਫੜੇ ਨੂੰ ਇਹਨੇ ਜਦੋਂ ਸਾਰੀ ਵਿਥਿਆ ਦੱਸੀ ਵੀ ਮੈਨੂੰ ਦਿਸਦਾ ਨਹੀਂ ਕੁਝ, ਮੈਨੂੰ ਦਿਖਣਾ ਹਟ ਗਿਆ ਹੈ, ਤਾਂ ਉਸ ਵੇਲੇ ਇਹਦੇ ਨੌਕਰਾਂ ਨੇ ਇਹਨੂੰ ਫੜ ਕੇ, ਕਈਆਂ ਨੇ ਪ੍ਰੇਮ ਨਾਲ ਇਹ ਵੀ ਕਿਹਾ ਵੀ ਇਹਨੂੰ ਫਿਰ ਸਮਝਾਇਆ, ਭਲਿਆ ਫਕੀਰਾਂ ਨਾਲ ਵੈਰ ਨਹੀਂ ਪਾਈਦਾ, ਰੱਬ ਦੇ ਪਿਆਰੇ ਨੇ, ਨਾਨਕ ਤਪਾ ਜੀ ਦਾ ਸਾਨੀ ਅੱਜ ਦੇ ਦੁਨੀਆ ਦੇ ਯੁੱਗ ਵਿੱਚ ਹੈ ਨਹੀਂ ਕੋਈ, ਤੂੰ ਉਹਨਾਂ ਦੇ ਨਾਲ ਹੰਕਾਰ ਦੀ ਮੱਤ ਲੈ ਕੇ ਨਾ ਜਾ, ਨਿਮਰਤਾ ਨਾਲ ਜਾ, ਭਾਵਨਾ ਨਾਲ ਜਾ, ਉਹਨਾਂ ਨੂੰ ਰੱਬ ਦਾ ਰੂਪ ਸਮਝ ਕੇ ਜਾ। ਫਿਰ ਇਹ ਵੀ ਜ਼ਿਕਰ ਆਉਂਦਾ ਹੈ ਵੀ ਜਿੱਥੋਂ ਘੋੜੀ ਤੋਂ ਉਤਰਿਆ ਸੀ ਉੱਥੋਂ ਲੈ ਕੇ ਜਿੱਥੇ ਤੱਕ ਮਹਾਰਾਜ ਸਾਹਿਬ ਦੇ ਸਨਮੁਖ ਜਾ ਕੇ ਹਾਜ਼ਰ ਹੋਣਾ, ਉੱਥੇ ਡੰਡੌਤ ਬੰਦਨਾ ਕਰਦਾ ਆਇਆ। ਇਹਦੇ ਨੌਕਰ ਚਾਕਰ ਅੱਖਾਂ ਤੋਂ ਅੰਨੇ ਨੂੰ ਫੜਦੇ ਨੇ, ਇਹ ਲੰਮਾ ਪੈ ਜਾਂਦਾ, ਜਿੱਥੋਂ ਤੱਕ ਮੱਥਾ ਟਿਕਦਾ ਉੱਥੇ ਫੇਰ ਖੜਾ ਹੋ ਜਾਂਦਾ, ਪੈਰਾਂ ਤੋਂ ਉੱਥੋਂ ਫੇਰ ਲੰਮਾ ਪੈ ਜਾਂਦਾ, ਜਿੱਥੇ ਮੱਥਾ ਹੁੰਦਾ ਉੱਥੇ ਫੇਰ ਰੱਖਦਾ, ਫੇਰ ਖੜਾ ਹੁੰਦਾ, ਉੱਥੋਂ ਅੱਗੇ ਫੇਰ ਲੰਮਾ ਪੈ ਜਾਂਦਾ। ਡੰਡੌਤ ਬੰਦਨ ਕਰਦਾ ਕਰਦਾ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਤੇ ਆਣ ਕੇ ਬੇਨਤੀ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਦਿਸਦਾ ਨਹੀਂ ਕੁਝ ਵੀ। ਉੱਥੇ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਮੁਬਾਰਕ ਬਚਨ ਹੋਣ ਲੱਗੇ, ਕਹਿਣ ਲੱਗੇ, ਪੁਰਖਾ ਆਵੇ ਅਸੀਂ ਤੇਰੇ ਸਾਹਮਣੇ ਬੈਠੇ, ਅੱਖਾਂ ਤਾਂ ਖੋਲ ਕੇ ਵੇਖ। ਸਤਿਗੁਰੂ ਦੀ ਰਸਨਾ ਤੋਂ ਪਵਿੱਤਰ ਮੁਬਾਰਕ ਬਚਨ ਹੋਇਆ ਤੇ ਇਹਦੀਆਂ ਅੱਖਾਂ ਤੋਂ ਫਿਰ ਇਹਨੂੰ ਦਿਸਣਾ ਸ਼ੁਰੂ ਹੋਇਆ। ਸਚਾਈ ਹੈ ਕਿ ਇਹਨੇ ਉਸ ਵੇਲੇ ਫਿਰ ਸਤਿਗੁਰਾਂ ਦੇ ਚਰਨਾਂ ਤੇ ਨਤਮਸਤਕ ਹੁੰਦਿਆਂ ਹੋਇਆਂ ਆਪਣੀਆਂ ਅੱਖਾਂ ਦੇ ਵੈਰਾਗ ਦੇ ਜਲ ਨਾਲ ਚਰਨ ਧੋ ਦਿੱਤੇ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਹੰਕਾਰਿਆ ਸੀ, ਮੈਂ ਆਪਣੀ ਮਤ ਵਿੱਚ ਜਿਉਂਦਾ ਸਾਂ, ਮੈਂ ਨਹੀਂ ਸੀ ਸਮਝਦਾ ਤੁਹਾਡੀ ਮਹਿਮਾ ਤੇ ਵਡਿਆਈ ਨੂੰ, ਅੱਜ ਮੇਰੇ ਮਨ ਵਿੱਚ ਇਹ ਸੋਝੀ ਹੋਈ ਹੈ, ਕਿਰਪਾ ਕਰਕੇ ਮੈਨੂੰ ਬਖਸ਼ ਲਓ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬੜਾ ਲੰਬਾ ਇਹਦੇ ਨਾਲ ਵਾਰਤਾਲਾਪ ਵਿਚਾਰ ਕੀਤਾ, ਪਰ ਅਖੀਰ ਇਹਨੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਬਖਸ਼ਿਆ ਜਾਣਾਗਾ ਆਪਣੇ ਆਪ ਨੂੰ ਜੇ ਮੇਰੀ ਭੇਟਾ ਮਨਜ਼ੂਰ ਕਰੋ।
उस वेले फिर इस स्थान की जिहड़ा करतारपुर का इलाका जां इत्थे दी कुछ जिहड़ी जमीन है, ये सारा उस वेले का ये एरिया पटा इन्हें गुरु नानक देव साहब जी के नाँ ते अर्थवा गुरु नानक देव जी के घर के लोह लंगर के नाँ ते कर दिता। इस तरह इत्थों ये पहला पड़ाव गुरु नानक देव साहब जी का जिहड़ा पहली उदासी के तकरीबन अखीरले समय दे विच सतगुरु सच्चे पातशाह जी इत्थे आए ने। इस तरह ये वार्तालाप होया है। इस तो अगे चलीए फिर सतगुरु सच्चे पातशाह जी महाराज इस तो फिर दूसरियां 2, 3, 4 नंबर उदासियां करते हैं, लेकिन अखीरी आकर के गुरु नानक देव साहब जी का लगभग 1579 बिक्रमी संमत नूं इत्थे आण के सतगुरु सच्चे पातशाह जी फिर उतारा करते हैं। इत्थे कुछ समा रहिंदे ने, संगतां नूं उपदेश दिंदे ने, धर्म समझाउंदे ने। उत्थे कुछ ऐसा भी इतिहास में जिक्र आउंदा है भी जदों सतगुरु साहब जी के हजूर सन्मुख संगत जुड़दी है तो संगत विचों किसी ने पुछया महाराज सच्चे पातशाह नेक इंसान दे की गुण होने चाहिए, नेक इंसान दे। तो सतगुरु सच्चे पातशाह ने इत्थे बड़े सिखां नूं उपदेश दिता, बड़ियां नूं भलेरा पाया। नेक इंसान दा कहंदे सब तो पहला गुण वो है जिहड़ा अपने जीवन विच नेकी करे। फिर दूसरा गुण ये है जिहड़ा उहदे ते परोपकार करे, उहदे परोपकार दा एहसान सारी जिंदगी जाने। फिर एक गुण समझाया भी किसी भी सतपुरुष रब दे प्यारे साधुआं दी संगत विच आनंद मानना जाने, किसी दा हक ना लैके खावे। इत्थों तक फिर सतगुरु सच्चे पातशाह जी ये गुण समझाउंदियां कहंदे ने जिहड़ा सिख अपने जीवन विच एका नारी जती होए वाला गुण सारी जिंदगी निभावे, फिर इस तरह अपने तो वड्डियां दा प्यार ते सत्कार नाल सन्मान करे। फिर इस तरीके दे नाल सतगुरु सच्चे पातशाह जी कहंदे मन मुखां दी ते धर्म तो बेमुखां दी संगत ना करे। इतिहादक उन्हां नेकी दे इंसान दे गुण सतगुरु सच्चे पातशाह ने इत्थे समझाए। पर जदों हुण दूसरी वार सतगुरु जी आउंदे ने बड़े सिखां दा जिक्र आउंदा है, बाबा बुढ़ा साहब दा मिलाप भी इत्थे आउंदा है। बाबा बुढ़ा साहब जी दे इत्थे सतगुरु सच्चे पातशाह जी दे संगत विच रहना। फिर इहदे तो वड्डी गल जिहड़ी इतिहास विच आउणी है करतारपुर साहब दी वो है कि इत्थे ही बाबा लैणा जी धन गुरु नानक देव साहब सच्चे पातशाह जी दे मिलाप विच आए ने। कुछ समा इत्थे रहना, बाबा लैणा जी आदਿਕ ਦਾ मिलाप होना, होर कई सिखां ਦਾ इतिहास विच भाई साहब भाई संतोख सिंह साहब जी ने जिक्र किया भी इत्थे आ करके उन्होंने सत दा धर्म दा ज्ञान ते उपदेश लिया। गुरु नानक देव साहब जी का ते बाबा लैणा जी का जो मिलाप है उहदे वास्ते आपां इतिहास विच बड़ी वार पढ़िया सुनिया होएगा भी जिवें सतगुरु गुरु नानक देव साहब जी की महिमा वडियाई सुनी। बाबा लैणा जी एक देवी दे पुजारियां दे जत्थे दे जथेदार ने, हर साल अपना जत्था लैके देवी की पूजा वास्ते देवी के दर्शनां वास्ते पहाड़ां नूं जांदे ने। एक बार इत्थे आए, पता लगा नानक तपा जी इत्थे ने। इस हालात विच अपने साथियों नूं बाहर बिठा करके ते घोड़ी ते चढ़ के महाराज दे दर्शन करने वास्ते आउंदे ने। कुछ इतिहासकारां ने थोड़ा थोड़ा वखरा कीता है, अपने अपने तरीके नाल इतिहास का जिक्र किया है। कुछ ने यह कहा भी महाराज साहब जी उस वेले अपने खेतों 'च काम कर रहे सन, उत्थे बाबा लैणा जी ने आवाज़ मारी। कुछ ने कहा नहीं महाराज बाबा लैणा जी राह ते तुरे जाते सन, रस्ते में खलोते हुए बजुर्ग नूं आवाज़ मार के भी नानक तपा जी की सब इत्थे जिहड़ी धार्मिक सभा है भावक धर्मशाला है वो कित्थे है। तो गुरु नानक देव साहब जी आप इन्हां दी घोड़ी की वांग फड़ के लगाम फड़ के इन्हां नूं इस धार्मिक स्थान ते लैके आए। अखीर जदों महाराज दे दर्शन होए पता लगा तो उही ने फिर वचन किया महाराज मेरे को तो गुनाह हो गया, मैं तो तुहाडी सत्कार नहीं कर पाया, मैं तुहाडा अनादर कर बैठा वां, मैं घोड़ी ते चढ़ के आया वां, तुसीं थोड़े थल्ले तुरदे आ रहे सी। तो सतगुरु नानक देव साहब ने कहते मुबारक रसना तो बचन पुछया, कहन लगे तेरा नां की है? दस्या जी लैणा। सतगुरु सच्चे पातशाह जी कहते जिन्ना लैणा होवे वो घोड़ियां ते ही आउंदे ने, असीं तेरा देना है। कौन समझदा सी इन्हां इशारिਆਂ ਨੂੰ उस वेले? बड़ा लंबा इतिहास। इत्थे तकरीबन 70-72 रूप दे वारियां
कह लो गुरु अंगद देव साहब बाबा लहणा जी दीयां ਪ੍ਰੀਖਿਆਵਾਂ, मानो इम्तिहान, ये सब कुछ इत्थे होया। लेकिन इत्थों कुछ समा सतगुरु जी फिर बाहर गए ने। आपां कहने आ ना भी सतगुरु जी ने वड्डियां 4 उदासियां कीतियां ते एक उदासी छोटी कीती। इस तरह 4 उदासियां तो बाद इत्थे आए, पर फिर 1-2 थां ते सतगुरु जी नूं मानो जिवें विशेष करके जाना पिया। ਉਹਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਕਲਮ ਨੇ ਜਿਹੜਾ ਕੀਤਾ ਹੈ कि मेला सुन शिवरात दा बाबा अचल बटाले आई। ये जिहड़ा अचल बटाले गुरु नानक देव साहब जी ने इस वार शिवरात्रि दे मेले ते आउणा है, ये इस करतारपुर तो आया आउणा कीता 4 उदासियां तो बाद। इत्थे भी बड़ी लंबी चौड़ी वार्ता है, बड़ा लंबा इतिहास है अचल दा, क्योंकि अचल साहब बटाला जां ये इलाका जे पाकिस्तान वाला विच बार्डर ना होवे तो बहुतियां दूरियां नहीं, नेड़े नेड़े दे इस एरिए दे इलाके एक दी कहानी है। इत्थे इन्हां सिद्धां ने आ करके गुरु नानक देव साहब सच्चे पातशाह जी दा इत्थे आउणा सुनिया। जदों ये मेले ते आ करके लोकां कोल अपनी पूजा कराउंदे सन, लोकां कोल अपनी मनता कराउंदे सन, जदों सुनिया नानक तपा जी आ गए, इन्हां नूं पता सी क्योंकि पिछे वार्तालाप हो चुकी है 2-3 वार। कदे सुमेर पर्वत ते मिले ने, कदे नानक मता साहब मिले ने, होर इहो जिहियां थावां ते मिल के आपसी वार्तालाप हो गई है। सुमेर पर्वत ते बड़ियां लंमियां वार्तालापां होईयां ने। सुमेर पर्वत ते जा करके हर जोगी ने जदों उत्थे जा करके महाराज ने पहुँचना, उहदे तो पहलों भंगरनाथ की, मछंदरनाथ की, गोरखनाथ की, सारे आण के मिले ने महाराज नूं। हुण सारियां ने अपनियां शक्तियां दा वरतावा पहलों भी एक बारी वरत के वेख लिया आ। महाराज नूं अपने चिन्ह भी भेट करके वेख लए सी, जदों कहिंदे सी भी आ साडे जिहड़े जोग दीयां चिन्ह निशानियां ने धारण कर लो। महाराज ने उत्थे भी उपदेश दे के निहाल कीता सी भी असीं तुहाडे ये चिन्ह जिहड़े तुसीं कहंदे झोली पा लो, खफणी पा लो, 3 खुंगियां वाला डंडा फड़ लो, सिर ते मूँह ते सवाह मल लो, कन्न पाड़ के इन्हां च मुंदरां पा लो, असीं जी इस तरह जोगी बनिया जांदा है। सतगुरु जी ने उत्थे भी कहा सी, नहीं भलिया डंड कमंडल मोढे भार, जोग नहीं ਕਰਮਾਂ ਦੀ ਮਾਰ। ਇਹ ਤੇ ਭੈੜੇ ਕਰਮਾਂ ਦੀ ਮਾਰ ਹੋ ਸਕਦੀ, ਕਿ ਜੋਗ ਥੋੜਾ ਹੈਗਾ। ਇਸ ਤਰ੍ਹਾਂ ਸਾਰੀ ਇਹ ਵਾਰਤਾਲਾਪ ਹੋ ਜਾਣ ਤੋਂ ਇਹਨਾਂ ਨੂੰ ਪਤਾ ਸੀ ਵੀ ਨਾਨਕ ਤਪਾ ਜੀ ਕੌਣ ਨੇ, ਪਰ ਫਿਰ ਵੀ ਜਿੱਥੇ ਵੀ ਮਹਾਰਾਜ ਸਾਹਿਬ ਨੂੰ ਇਹ ਮਿਲੇ, ਇਹਨਾਂ ਦਾ ਹਰ ਯਤਨ ਇਹੋ ਹੀ ਰਿਹਾ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਬਾਲਾ ਕਹਿ ਕੇ ਜਾਂ ਕੁਝ ਅੱਖਰ ਨਾ ਲੈ ਕੇ ਸਾਡੇ ਪੰਥ 'ਚ ਆ ਜਾਓ, ਸਾਡੇ ਪੰਥ ਵਿੱਚ ਆ ਜਾਓ, ਜੋਗੀ ਬਣ ਜਾਓ। भावना इतिहास विच सारे ही जदों इस मजबून नूं पढ़ांगे तो इहो ही इन्हां दी मगर आउंदी है भी साडे पंथ विच जे किते आ जाण तो साडा पंथ बड़ा उजाला होएगा, साडा पंथ भाव कि जोगी मत बड़ा प्रगट हो जाएगा जे नानक तपा जी साडे पंथ विच आ जाण। हुण ये अखीरला इन्हां दा मिलाप है। इत्थे भी बड़ियां करामातां, मैं जे इस इतिहास नूं सुणावां सारा खोल के वेखीए तो बड़ा लंबा इतिहास। जोगियां ने आकाश विच उड्डना, मूँह विचों अग गुलशन उलस के लियाउणी, आकाश विचों तारे तोड़ के लियाउणे, हनेरियां लियाउणियां, हनेरी विच घटा नहीं, इट्टां पत्थर करकट सारा कुछ उड़ा के खे सिर ते पाउणी सारियां लोकां ते। इहो जिहा रूप बना करके दिखाउणा। इत्थे एक होर बड़ी सुंदर वार्तालाप है इत्थों दे इतिहास दी, वो है भाई संगतिया जी दी। भाई संगतिया जी इतिहास ने जे मैं भुलदा ना होवां तो 12 साल का उम्र का बच्चा क्या है। वो बच्चा सी जिहदे माँ बाप के घरे बच्चे पैदा होए लेकिन बचे ना, चढ़ाई कर जाते रहे। अखीर इस बच्चे दे पैदाइश होण तो माँ बाप ने एक अरदास की, नानक तपा जी असी दुनिया के सारे दरां ते मत्थे टेक लए ने पर साडी मुराद नहीं पूरी हुई, कित्ते बच्चा बचिया कोई नहीं। जे ये पैदा होने वाला बच्चा जिंदा रह जाए तो असीं तुहाडी भेटा कर देवांगे। मैं संखेप जे रूप दे विच बेनती करन लगा। जदों ये बच्चा बचिया 10-12 साल की उम्र हुई तो हुण ये अचल दे बटाले दे मेले नूं वेखण वास्ते आए ने प्यो पुत। उधरों हुण नानक तपा धन गुरु नानक देव साहब सच्चे पातशाह जी इत्थे पहुँच गए। जदों ये पिता नूं पता लगा भी गुरु नानक देव साहब जी इत्थे पहुँचे ने, तो अपना 12 सालां दा बच्चा सतगुरां दे सन्मुख लियाण के बेनती की, महाराज तुहाडी भेटा है। जदों जोगियां नाल सारी वार्तालाप हुई सी
ਤਾਂ ਉਸ ਵੇਲੇ ਜਦੋਂ ਇਹਨਾਂ ਨੇ ਆਕਾਸ਼ ਵਿੱਚ ਉੱਡ ਉੱਡ ਕੇ ਅੱਗ ਉਗਲਸ਼ ਕੇ ਲੋਕਾਂ ਨੂੰ ਡਰਾਉਣਾ ਚਾਹਿਆ ਸੀ, ਪਹਿਲਾ ਕੰਮ ਮਹਾਰਾਜ ਨੇ ਉਸ ਵੇਲੇ ਇਹ ਕੀਤਾ ਸੀ ਵੀ ਭਾਈ ਜਿੱਤੇ ਚੌਧਰੀ ਨੂੰ ਕਿਹਾ ਸੀ, ਜਿੱਤਿਆ ਡਰੋ ਨਾ, ਸਾਰੀ ਸੰਗਤ ਨੂੰ ਕਹੋ ਡਰੋ ਨਾ, ਆ ਲੈ ਸਾਡੇ ਹੱਥੋਂ ਛੜੀ, ਤੇ ਜਿੱਥੇ ਜਿੱਥੇ ਸੰਗਤ ਬੈਠੀ ਏ ਉਹਦੇ ਉਦਾਲੇ ਲਕੀਰ ਕੱਢ ਦੇ, ਤੇ ਇਹਨਾਂ ਜੋਗੀਆਂ ਦੀਆਂ ਆਪਣੀਆਂ ਸ਼ਕਤੀਆਂ ਨਾਲ ਆਉਣ ਵਾਲੀ ਹਨੇਰੀ ਝੱਖੜ ਇਸ ਲਕੀਰ ਦੇ ਅੰਦਰ ਵੀ ਨਹੀਂ ਆ ਪਾਏਗਾ। ਸਾਰਾ ਕੁਝ ਹੋਇਆ, ਇਹ ਨਹੀਂ ਹਟੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਇੱਥੇ ਇਹ ਇਤਿਹਾਸ ਦਾ ਜ਼ਿਕਰ ਕਰਦਿਆਂ ਆਉਂਦਾ ਵੀ ਮਹਾਰਾਜ ਸਾਹਿਬ ਨੇ ਇਹਨਾਂ ਜੋਗੀਆਂ ਦੀ ਜਿੰਨੀਆਂ ਇਹ ਤਾਕਤਾਂ ਸਨ, ਇਵੇਂ ਇਹਨਾਂ ਦੇ ਅੰਦਰੋਂ ਖਿੱਚ ਕੇ ਬਾਹਰ ਕੱਢ ਲਿਆਂਦੀਆਂ, ਜਿਵੇਂ ਕਿ ਕਹਿੰਦੇ ਨਿੰਬੂ 'ਚੋਂ ਪਾਣੀ ਨਿਚੋੜ ਦਈਦਾ, ਉਹਦਾ ਜਸ ਨਿਚੋੜ ਲਈਦਾ। ਇਹ ਸਾਰੇ ਖਾਲੀ ਹੋ ਕੇ ਬਹਿ ਗਏ। ਇੱਥੇ ਹੀ ਮਹਾਰਾਜ ਨੇ ਇਹਨਾਂ ਨਾਲ ਲੁਕਣ ਮਿਚੀ ਵੀ ਖੇਡੀ ਸੀ। ਜਿਹੜਾ ਪਹਿਲੋਂ ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਵੀ ਅਸੀਂ ਲੁਕਦੇ ਹਾਂ, ਤੁਸੀਂ ਫੜੋ ਲੱਭੋ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਉਸ ਅਚਲ ਦੇ ਸਰੋਵਰ ਵਿੱਚੋਂ ਬਣੇ ਹੋਏ ਮੱਛੀਆਂ ਡੱਡੀਆਂ ਨੂੰ ਪੂਛਾਂ ਤੋਂ ਫੜ ਕੇ ਲਿਆਣ ਕੇ ਬਾਹਰ ਕੱਢਿਆ। ਫਿਰ ਮਹਾਰਾਜ ਨੂੰ ਕਹਿੰਦੇ ਹੁਣ ਤੁਹਾਡੀ ਵਾਰੀ ਹੈ, ਤੁਸੀਂ ਲੁਕ ਜਾਓ। ਮਹਾਰਾਜ ਕਹਿੰਦੇ ਲੁਕਾਂਗੇ ਤੇ ਸਹੀ, ਪਰ ਇੱਕ ਗੱਲ ਸਾਡਾ ਬਚਨ ਮੰਨਿਓ, ਜੇ ਨਾ ਲੱਭੇ ਤੇ ਕਰਤਾਰ ਦਾ ਧਿਆਨ ਧਰ ਕੇ ਅਰਦਾਸ ਕਰਿਓ ਜੇ, ਫਿਰ ਅਸੀਂ ਆਪੇ ਹੀ ਆ ਜਾਵਾਂਗੇ। ਉਸ ਵੇਲੇ ਫਿਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਲੁਕਣ ਦੀ ਵਾਰੀ ਆਈ, ਤੇ ਮਹਾਰਾਜ ਨੇ ਤੱਤਾਂ 'ਚ ਤੱਤ ਮਿਲਾ ਰਹੇ, ਜੋਤ ਵਿੱਚ ਤੇ ਪਹਿਲੋਂ ਹੀ ਜੋਤ ਮਿਲੀ ਹੋਈ ਆ, ਕਿਤੇ ਵੀ ਨਾ ਲੱਭੇ, ਜੋਗੀ ਹਾਰ ਗਏ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਫਿਰ ਇਸ ਤਰ੍ਹਾਂ ਟਕਾ ਰੱਖ ਕੇ ਅਰਦਾਸ ਕੀਤੀ ਨਿਰੰਕਾਰ ਪਰਮੇਸ਼ਰ ਦੇ ਅੱਗੇ, ਤੇ ਫਿਰ ਗੁਰੂ ਸਾਹਿਬ ਜੀ ਪ੍ਰਗਟ ਹੋਏ। ਇਹਨਾਂ ਦੀਆਂ ਸਖਤੀਆਂ ਖੁੱਸ ਗਈਆਂ। ਜਿਹੜੇ ਹਨੇਰੀ ਦੇ ਨਾਲ ਜੀਵ ਜੰਤੂ ਆਕਾਸ਼ ਵਿੱਚੋਂ ਉੱਡ ਉੱਡ ਕੇ ਇਸ ਸਰੋਵਰ ਵਿੱਚ ਤਰਦੇ ਸੀ, ਉੱਥੇ ਭਾਈ ਜਿੱਤਾ ਵੀ ਥੋੜ੍ਹਾ ਜਿਹਾ ਥਿੜਕਿਆ ਆਪਣੀ ਅਸਲੀਅਤ ਤੋਂ। ਜਿਹੜੇ ਉਹ ਜਾਨਵਰ ਉੱਡਦੇ ਹੋਏ ਹਨੇਰੀਆਂ ਨਾਲ ਝੱਖੜਾਂ ਨਾਲ ਮਰ ਕੇ ਇਸ ਸਰੋਵਰ ਵਿੱਚ ਡਿੱਗੇ, ਭਾਈ ਅਜਿੱਤਾ ਜੀ ਨੇ ਕਹਿੰਦੇ ਆਪਣੇ ਮੋਢੇ ਤੇ ਪਈ ਹੋਈ ਚਾਦਰ ਉਸ ਪਾਣੀ ਦੇ ਉੱਤੇ ਵਿਛਾਈ, ਤੇ ਜਿਸ ਤਰ੍ਹਾਂ ਉਹ ਪਾਣੀ ਦੇ ਉੱਤੇ ਬੇੜੀ ਨਹੀਂ ਚੱਲਦੀ, ਬੇੜੀ ਦੇ ਤਰ੍ਹਾਂ ਉਹ ਚਾਦਰ ਚੱਲੇ, ਉੱਤੇ ਬੈਠਾ ਭਾਈ ਅਜਿੱਤਾ ਸਿੱਖ। ਤੇ ਉੱਥੋਂ ਜਿਹੜੇ ਆਕਾਸ਼ ਤੋਂ ਮਰੇ ਹੋਏ ਜਾਨਵਰ ਸਰੋਵਰ ਵਿੱਚ ਡਿੱਗੇ ਸਨ, ਉਹਨਾਂ ਨੂੰ ਫੜ ਕੇ ਪੂਛਾਂ ਤੋਂ ਤਾਂ ਨੂੰ ਉਡਾਉਂਦਾ ਤੇ ਜਿੰਦਾ ਕਰਕੇ ਆਕਾਸ਼ ਨੂੰ ਘੱਲੀ ਜਾਂਦਾ। ਮਹਾਰਾਜ ਨੇ ਇਹਨੂੰ ਵੀ ਆਵਾਜ਼ ਮਾਰ ਕੇ ਇਹਦੇ ਕੋਲੋਂ ਵੀ ਉਹ ਸ਼ਕਤੀ ਖੋਹ ਲਈ। ਇੱਧਰੋਂ ਉਹ ਜਿਹੜਾ ਭਾਈ ਸੰਗਤੀਆ ਦੀ ਕਹਾਣੀ ਵਰਤਦੀ, ਉਹ ਆਣ ਕਰਕੇ ਸਤਿਗੁਰਾਂ ਦੇ ਸਨਮੁਖ ਮੱਥਾ ਟੇਕਿਆ। ਬਾਪੂ ਕਹਿਣ ਲੱਗਾ, ਸਤਿਗੁਰੂ ਜੀ ਇਹ ਬੱਚਾ ਤੁਹਾਡੀ ਭੇਟਾ। ਮਹਾਰਾਜ ਕਹਿਣ ਲੱਗੇ, ਬੱਚੇ ਕੀ ਮੰਗਦਾ ਹੈ? ਮਹਾਰਾਜ ਸਿੱਖੀ। ਸਤਿਗੁਰੂ ਜੀ ਕਹਿਣ ਲੱਗੇ, ਬੜੀ ਮਹਿੰਗੀ ਏ। ਅੱਜ ਜੇ ਆਪਾਂ ਵੇਖੀਏ ਇਹਨੂੰ ਕੰਪੇਅਰ ਕਰਕੇ, ਸਾਨੂੰ ਤੇ ਬੜੀ ਸਸਤੀ ਮਿਲ ਗਈ ਨਾ, ਤਾਂਹੀਓ ਕਦਰ ਨਹੀਂ। ਮਹਾਰਾਜ ਕਹਿੰਦੇ ਬੜੀ ਮਹਿੰਗੀ ਏ। ਸਤਿਗੁਰੂ ਸਾਹਿਬ ਜੀ ਦੇ ਸਨਮੁਖ ਵੇਖੋ 12 ਕੁ ਸਾਲ ਦਾ 14 ਕੁ ਸਾਲ ਦਾ ਬੱਚਾ ਇਹ ਬਚਨ ਕਹਿ ਰਿਹਾ ਹੋਏ, ਮਹਾਰਾਜ ਮੈਂ ਮਹਿੰਗੇ ਭਾਈ ਖਰੀਦੂੰ, ਮਹਿੰਗੇ ਭਾਈ ਬਾਏ ਕਰੂੰਗਾ, ਕਿਉਂਕਿ ਮੇਰੇ ਮਾਂ ਬਾਪ ਦੀ ਅਰਦਾਸ ਆ ਵੀ ਅਸੀਂ ਸਿੱਖ ਬਣਨਾ ਆ। ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਪਰਖ ਕੀਤੀ ਇਸ ਬੱਚੇ ਦੀ। ਜ਼ਿਕਰ ਆਉਂਦਾ ਵੀ ਲਾਗੇ ਲੱਕੜਾਂ ਦਾ ਢੇਰ ਪਿਆ ਹੋਇਆ ਸੀ, ਉਸ ਲੱਕੜਾਂ ਦੇ ਢੇਰ ਨੂੰ ਅੱਗ ਲਵਾ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬੱਚਿਆ ਬੜੀ ਮਹਿੰਗੀ ਸਿੱਖੀ। ਸਤਿਗੁਰੂ ਜੀ ਮਹਿੰਗੇ ਭਾਈ ਖਰੀਦਾਂਗਾ, ਜੇ ਖਰੀਦਣੀ ਹੈ ਤੇ ਬਚਨ ਮੰਨਣਾ ਪੈਣਾ ਹੈ। ਮਹਾਰਾਜ ਨੂੰ ਕਹਿੰਦਾ, ਮਹਾਰਾਜ ਬਚਨ ਮੰਨਾਂਗਾ, ਜੋ ਹੁਕਮ ਕਰੋ। ਕਹਿੰਦੇ ਜੇ ਬਚਨ ਮੰਨੇਗਾ, ਸਿੱਖੀ ਕਮਾਉਣੀ ਹੋ ਤੇ ਜਾ ਉਸ ਬਲ ਦੀ ਚਿਖਾ ਵਿੱਚ ਬਲ ਕੇ ਬੈਠ ਜਾ, ਉਸ ਅੱਗ ਵਿੱਚ ਬੈਠ ਜਾ। ਇਤਿਹਾਸ ਨੂੰ ਪੜ੍ਹ ਕੇ ਵੇਖੀਏ ਤੇ ਜ਼ਿਕਰ ਆਉਂਦਾ ਵੀ ਸਵਾ ਪੈਰ ਭਾਈ ਜਿੱਤਾ, ਵਾਹਿਗੁਰੂ ਭਾਈ ਸੰਗਤੀਆ ਉਸ ਬਲ ਦੀ ਅੱਗ ਦੀ ਚਿਖਾ ਵਿੱਚ ਬੈਠਾ। ਇਸ ਅਚਲ ਦੇ ਮੇਲੇ ਦੀ ਸੰਗਤ ਵਿੱਚ ਹਾਹਾਕਾਰ ਮਚ ਗਈ। ਮਾਨ ਸਿੰਘ ਝੌਰ ਦੀ ਕਿਤੇ ਇਹ ਸੁਣਾਈ ਹੋਈ ਸਾਖੀ ਸੁਣਿਓ, ਉਹਨੇ ਬੜਾ ਰਸ ਭਰਿਆ ਇਹਦੇ ਵਿੱਚ। ਉਹਨੇ ਬੀਬੀਆਂ ਦੀ ਕਹਾਣੀ ਨਾਲ ਲਾ ਕੇ ਨਾ, ਕਹਿੰਦੇ ਮਾਈਆਂ ਹਾੜੇ ਕੱਢਦੀਆਂ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ 'ਤੇ, ਕਿਉਂਕਿ ਆਪਣਾ ਤਰੀਕਾ ਸਾਖੀ ਨੂੰ ਹੋਰ ਵਧੀਆ ਬਣਾਉਣ ਦਾ। ਕਹਿੰਦੇ ਬੀਬੀਆਂ ਇਕੱਠੀਆਂ ਹੋ ਕੇ ਆ ਗਈਆਂ ਸਾਰੀਆਂ ਉਸ ਵੇਲੇ ਸਤਿਗੁਰੂ ਨਾਨਕ ਦੇਵ ਸਾਹਿਬ ਦੇ ਸਨਮੁਖ। ਕਹਿਣ ਲੱਗੇ, ਮਹਾਰਾਜ ਇਸ ਬੱਚੇ ਨੇ ਕੀ ਗਵਾਇਆ ਤੁਹਾਡਾ? ਤੁਹਾਨੂੰ ਪਤਾ ਵੀ ਜਿਹੜੀ ਮਾਂ ਬਾਪ ਦੇ ਦਿਲ ਦਾ ਜਿਗਰ ਦਾ ਟੁਕੜਾ ਸੀ, ਕੱਲਾ ਕੱਲਾ ਸੀ ਉਹਨਾਂ ਦਾ। ਜਦੋਂ ਘਰੋਂ ਤੁਰਿਆ ਹੋਏਗਾ, ਜੇ ਕਿਤੇ ਇਹਦੇ ਘਰ ਦੇ ਵਿੱਚ ਇਹਦੀ ਛੋਟੀ ਭੈਣ ਹੋਈ ਤੇ ਸਾਨੂੰ ਇਵੇਂ ਮਹਿਸੂਸ ਹੁੰਦਾ ਜਦੋਂ ਆਮ ਘਰਾਂ ਤੋਂ ਵੱਡਾ ਬੱਚਾ, ਵੱਡਾ ਭਰਾ ਜਾਂ ਵੱਡਾ ਕੋਈ ਜੀ ਕਿਤੇ ਮੇਲੇ ਜਾਂਦਾ, ਨਿੱਕਿਆਂ ਨੂੰ ਤੇ ਆਗਿਆ ਨਹੀਂ ਹੁੰਦੀ ਜਾਣ ਦੀ, ਪਰ ਉਹ ਮੇਲੇ ਜਾਣ ਵਾਲੇ ਦੀਆਂ ਨਿੱਕੇ ਬੱਚੇ ਲੱਤਾਂ ਫੜ ਕੇ ਕਹਿੰਦੇ ਨੇ, ਮੇਰੇ ਵਾਸਤੇ ਕੀ ਲਿਆਏਗਾ ਮੇਲਿਓ?
ਜੇ ਮੇਲੇ ਗਿਆ ਤੇ ਮੇਰੇ ਵਾਸਤੇ ਖਿਡੌਣੇ ਟੋਏ ਲਿਆਏਗਾ? ਕਹਿੰਦੇ ਇਹਦੀ ਭੈਣ ਜੇ ਛੋਟਾ ਬੱਚਾ ਭਰਾ ਹੋਇਆ ਤੇ ਉਹ ਵੀ ਇਹਨੂੰ ਤੁਰਨ ਲੱਗਿਆ ਸੰਗਤੀ ਇਹਨੂੰ ਕਹਿ ਕੇ ਤੁਰਿਆ ਹੋਏਗਾ, ਮੇਰੇ ਵਾਸਤੇ ਵੀ ਖਿਡੌਣੇ ਲੈ ਕੇ ਆਵੀਂ। ਮੇਰੇ ਮਾਲਕਾ, ਸ਼ਾਮ ਪੈ ਰਹੀ ਏ। ਜਿਸ ਵੇਲੇ ਇਹ ਸੂਰਜ ਢਲਦਾ ਹੋਇਆ ਅੱਖਾਂ ਤੋਂ ਓਹਲੇ ਹੁੰਦਾ ਜਾਪੇਗਾ, ਜਿਹੜੀ ਮਾਂ ਇਹਨੂੰ ਘਰ ਵਿੱਚ ਆਪਣੇ ਪਤੀ ਸਮੇਤ ਆਪਣੇ ਪੁੱਤਰ ਨੂੰ ਉਡੀਕਦੀ ਪਈ ਹੋਵੇਗੀ, ਜਿਵੇਂ ਜਿਵੇਂ ਉਹ ਸੂਰਜ ਨੇ ਆਪਣੀਆਂ ਅੱਖਾਂ ਛਪਾਉਣੀਆਂ ਨੇ, ਉਹਦੇ ਦਿਲ ਨੇ ਬਾਹਰ ਨੂੰ ਆਉਣਾ ਹੈ। ਮੇਰੇ ਮਾਲਕਾ, ਜਦੋਂ ਉਹ ਉਡੀਕਦੀ ਹੋਵੇਗੀ ਅਚਲ ਦੇ ਰਾਹ ਵੱਲ ਨੂੰ ਤੱਕ ਤੱਕ ਕੇ, ਜਦੋਂ ਤੱਕ ਉਹਨੂੰ ਥੱਲਿਓਂ ਆਪਣੇ ਘਰ ਦੀ ਡੋਰ ਵਿੱਚ ਖਲੋ ਕੇ ਰਾਹ ਦਿਸੇਗਾ, ਉਹ ਵੇਖੇਗੀ ਜਦੋਂ ਕਿਤੇ ਹਨੇਰੇ ਹੋਣ ਦੇ ਕਾਰਨ ਦਿਖਣੋਂ ਹੱਥ ਬੰਦ ਹੋ ਗਿਆ, ਕੋਠੇ ਦੀ ਛੱਤ ਤੇ ਚੜ੍ਹ ਕੇ ਚੱਲਦਾ ਰਾਹ ਤੱਕੇਗੀ, ਮੇਰਾ ਪਤੀ ਆਉਣਾ ਹੈ, ਮੇਰਾ ਪੁੱਤਰ ਆਉਣਾ ਹੈ। ਮੇਰੇ ਮਾਲਕਾ, ਅੱਜ ਸ਼ਾਮਾਂ ਨੂੰ ਜਦੋਂ ਉਸ ਮਾਂ ਦਾ ਪੁੱਤਰ ਇਸ ਬਾਪੂ ਦੇ ਨਾਲ ਵਾਪਸ ਨਾ ਘਰੇ ਮੁੜਿਆ, ਕੌਣ ਹੌਸਲਾ ਦੇਵੇਗਾ ਉਸ ਮਾਂ ਨੂੰ? ਕੌਣ ਉਹਨੂੰ ਧੀਰਜ ਦੇਵੇਗਾ ਵੀ ਤੇਰਾ ਪੁੱਤਰ ਜਿੰਦਾ ਅੱਗ ਵਿੱਚ ਸੜ ਗਿਆ? ਕਿਵੇਂ ਹੌਸਲਾ ਆਏਗਾ ਉਸ ਮਾਂ ਨੂੰ? ਇਹ ਸਾਰੀ ਵਾਰਤਾਲਾਪ ਹੁੰਦਿਆਂ, ਗੱਲਬਾਤ ਕਰਦਿਆਂ ਕਰਦਿਆਂ ਇਤਿਹਾਸ ਕਹਿੰਦਾ ਵੀ 1.25 ਪਹਿਰ ਲੰਘਿਆ, 1.25 ਪਹਿਰ। ਮਾਨੋ ਜੇ ਆਪਾਂ ਸੌਖੇ ਅੰਦਾਜ਼ੇ ਵਿੱਚ ਲਾਉਣਾ ਹੋਵੇ ਤੇ 3-4 ਘੰਟੇ, 3-4 ਘੰਟੇ ਸਾਰੀ ਵਾਰਤਾਲਾਪ ਨੂੰ ਲੰਘੇ, ਔਰ ਉਹ ਬੱਚਾ 3-4 ਘੰਟੇ ਬਲਦੀ ਅੱਗ ਵਿੱਚ ਬੈਠਾ ਰਿਹਾ। ਅਖੀਰ ਜਦੋਂ ਸਾਰੇ ਲੋਕ ਆਪਣੇ ਆਪਣੇ ਤਰੀਕੇ ਨਾਲ ਹਾਹਾਕਾਰ ਮਚਾ ਕੇ, ਆਪਣੇ ਤਰੀਕੇ ਨਾਲ ਤਰਲੇ ਮਾਰ ਕੇ ਹਟ ਗਏ, ਹੰਭ ਗਏ, ਥੱਕ ਗਏ, ਉਸ ਵੇਲੇ ਜ਼ਿਕਰ ਆਉਂਦਾ, ਸਤਿਗੁਰੂ ਨੇ ਆਵਾਜ਼ ਮਾਰੀ, ਕਹਿੰਦੇ ਬਾਲਕੇ, ਤੇਰੀ ਪ੍ਰੀਖਿਆ ਪੂਰੀ ਹੋਈ, ਹੁਣ ਬਾਹਰ ਆ ਜਾ। ਤੇ ਸੱਚ ਜਾਣਿਓ, ਕਹਿੰਦੇ ਉਸ ਬਲਦੀ ਹੋਈ ਅੱਗ ਦੀ ਚਿਖਾ ਦੇ ਵਿੱਚ ਚੌਂਕੜਾ ਮਾਰ ਕੇ, ਗਲ ਵਿੱਚ ਪਰਨਾ ਪਾ ਕੇ, ਹੱਥ ਜੋੜ ਕੇ ਉਹ 12 ਸਾਲਾਂ ਦਾ ਬੱਚਾ ਇਸੇ ਤਰ੍ਹਾਂ ਬੈਠਾ। ਉਹਦੇ ਸਿਰ ਦੇ ਪੈਰਾਂ ਤੱਕ, ਸਿਰ ਤੋਂ ਕਿਸੇ ਸਰੀਰ ਦੇ ਵਾਲ ਤਾਂ ਕੀ, ਉਹਦੇ ਸਰੀਰ ਤੇ ਪਹਿਨੇ ਹੋਏ ਕਿਸੇ ਕੱਪੜੇ ਤੱਕ ਵੀ ਅੱਗ ਨਹੀਂ ਛੋਈ। ਉਹਦੇ ਸਿਦਕ ਨੂੰ ਭਾਗ ਲੱਗੇ। ਗੁਰੂ ਨਾਨਕ ਦੇਵ ਸਾਹਿਬ ਦੇ ਸਾਹਮਣੇ ਆਣ ਕੇ ਬੈਠਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬੱਚਿਆ, ਤੇਰਾ ਸਿਦਕ ਪ੍ਰਵਾਨ ਹੋਇਆ, ਤੇਰੇ ਸਬਰ ਨੂੰ ਫਲ ਲੱਗਾ, ਮੰਗ ਕੀ ਮੰਗਦਾ ਹੈ? ਤਾਂ ਉੱਥੇ ਬੱਚੇ ਨੇ ਫਿਰ ਮੰਗ ਕੀਤੀ ਸੀ, ਸਤਿਗੁਰੂ ਸੱਚੇ ਪਾਤਸ਼ਾਹ, ਜੇ ਰਹਿਮਤ ਦੇ ਘਰ ਵਿੱਚ ਆਏ, ਤੂੰ ਤੇ ਸਾਰੀਆਂ ਤਾਕਤਾਂ ਤੇ ਸਾਰੀਆਂ ਰਹਿਮਤਾਂ, ਸਾਰੀਆਂ ਬਰਕਤਾਂ ਦਾ ਸਮੁੰਦਰ ਹੈ, ਤੇਰੇ ਵਿੱਚੋਂ ਕਿਤੇ 4 ਤੂੰਬੇ, 4 ਕਿਣਕੇ, 4 ਤੁਬਕੇ ਪਾਣੀ ਦੇ ਕੱਢ ਲੈ ਜਾਣ ਤੇ ਸਮੁੰਦਰ ਨੇ ਘਟ ਨਹੀਂ ਜਾਣਾ, ਤੇ ਜੇ 4 ਬਾਲਟੀਆਂ ਇਹਦੇ ਵਿੱਚ ਪਾ ਦਿੱਤੀਆਂ ਜਾਣ ਤੇ ਸਮੁੰਦਰ ਨੇ ਕਿਤੇ ਵੱਧ ਨਹੀਂ ਜਾਣਾ। ਮਹਾਰਾਜ, ਆਓ ਵੇਖੋ, ਲੈਣ ਲਾ ਕੇ ਸਾਰੇ ਦੇ ਸਾਰੇ ਸਿੱਧ ਬੈਠੇ ਨੇ ਜਿੱਤੇ ਸਮੇਤ, ਇਹਨਾਂ ਦੀਆਂ ਸ਼ਕਤੀਆਂ ਨਾਲ ਤੇਰਾ ਸਮੁੰਦਰ ਕਿਤੇ ਵਧਣ ਥੋੜ੍ਹਾ ਲੱਗਣਾ। ਕਿਰਪਾ ਕਰਕੇ ਆਪਣੇ ਸਮੁੰਦਰ ਵਿੱਚੋਂ ਇਹਨਾਂ ਦੀਆਂ ਜਿਹੜੀਆਂ ਬੂੰਦ ਮਾਤਰ ਸ਼ਕਤੀਆਂ ਨੇ, ਵਾਪਸ ਇਹਨਾਂ ਦੀ ਝੋਲੀ ਪਾ ਦੇ, ਇਹਨਾਂ ਨੂੰ ਦੇ ਦੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੇ ਫਿਰ ਇਸ 12 ਸਾਲਾਂ ਦੇ ਬੱਚੇ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ, ਆਪਣੀ ਜੱਫੀ 'ਚ ਲੈ ਕੇ ਕਿਹਾ ਸੀ, ਬੱਚਿਆ, ਮੈਂ ਕਿਹਾ ਸੀ ਸਿੱਖੀ ਮਹਿੰਗੇ ਭਾਅ ਤੂੰ ਖਰੀਦ ਲਈ, ਤੂੰ ਮਹਿੰਗੇ ਭਾਏ ਬਾਏ ਕਰ ਲਈ ਇਹ ਸਿੱਖੀ, ਮੇਰੀ ਤੇਰੇ ਤੇ ਖੁਸ਼ੀ ਆ, ਮੇਰੀਆਂ ਤੇਰੇ ਤੇ ਖੁਸ਼ੀਆਂ ਨੇ। ਇੱਥੋਂ ਤੱਕ ਕਰਦੇ ਫਿਰ ਬਚਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਨੇ, ਇਸ ਬੱਚੇ ਦੀਆਂ ਅਗਲੀਆਂ ਪਿਛਲੀਆਂ ਕੁਲਾਂ ਤਾਰ ਦਿੱਤੀਆਂ ਬੱਚਿਆਂ ਦੇ ਬਚਨਾਂ ਨਾਲ। ਇਸ ਤਰ੍ਹਾਂ ਇਹ ਅਚਲ ਬਟਾਲੇ ਵਾਲਾ ਜੋ ਇਤਿਹਾਸ ਹੈ, ਇਸ ਕਰਤਾਰਪੁਰ ਤੋਂ ਸਾਹਿਬ ਤੋਂ ਬਾਅਦ ਵਿੱਚ ਮਹਾਰਾਜ ਗਏ ਨੇ। ਇੱਥੋਂ ਫਿਰ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਜਿਹੜੀ ਮੁਲਤਾਨ ਦੀ ਜ਼ਿਆਰਤ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ, ਮੁਲਤਾਨ ਵੀ ਇੱਥੋਂ ਇਹਦੇ ਤੋਂ ਬਾਅਦ ਜਾ ਕੇ ਆਏ ਨੇ। ਫਿਰ ਮੁਲਤਾਨ ਦੀ ਜ਼ਿਆਰਤ ਕਰਕੇ ਤੇ ਫਿਰ ਵਾਪਸ ਕਰਤਾਰਪੁਰੇ ਆਏ ਨੇ। ਇੱਥੇ ਹੁਣ ਬਾਬਾ ਲਹਿਣਾ ਜੀ ਦੇ ਨਾਲ ਸਾਰੀਆਂ ਪਰਖ ਦੀਆਂ ਕਸਵੱਟੀਆਂ, ਜੋ ਉਹਨਾਂ ਦਾ ਇਤਿਹਾਸ, ਜੋ ਉਹਨਾਂ ਦੇ ਇਮਤਿਹਾਨ ਹੋਏ, ਸੱਚ ਜਾਣਿਓ, ਅਸੀਂ ਤੁਸੀਂ ਤੇ ਆਪਣੇ ਹਿਸਾਬ ਕਿਤਾਬ ਨਾਲ ਆਪਣੀ ਮੱਤ ਦੇ ਵੇਖ ਕੇ ਵੀ ਨਹੀਂ ਜੀ ਆਹ ਗੱਲਾਂ ਹੋ ਸਕਦੀਆਂ ਨੇ, ਆਹ ਗੱਲਾਂ ਨਹੀਂ ਹੋ ਸਕਦੀਆਂ, ਨਿੱਕੀਆਂ ਨਿੱਕੀਆਂ ਇਸ ਗੱਲ ਤੋਂ ਨਹੀਂ ਜੀ, ਕਿੱਦਾਂ ਕਿੱਕਰਾਂ ਤੋਂ ਕਿਵੇਂ ਫਲ ਮਠਿਆਈਆਂ ਝੜ ਸਕਦੀਆਂ ਨੇ। ਪਰ ਇਸ ਇਤਿਹਾਸ ਨੂੰ ਕਿਤੇ ਪ੍ਰੇਮ ਨਾਲ ਪੜ੍ਹ ਕੇ ਵੇਖੀਏ ਨਾ, ਤੇ ਸੱਚ ਜਾਣਿਓ, ਜੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿਆਲੀ ਅੱਧੀ ਰਾਤ ਨੂੰ ਬਾਹਰ ਨਿਕਲ ਕੇ ਆਪਣੇ ਸੇਵਕ ਭਾਈ ਲਹਿਣਾ ਨੂੰ ਕਿਹਾ ਹੋਵੇ, ਜਾ ਲਹਿਣਿਆ ਵੇਖ ਭਲਾ ਰਾਤ ਕਿੰਨੀ ਕੁ ਲੰਘੀ ਏ, ਤੇ ਸੱਚ ਜਾਣਿਓ, ਕਿਸੇ ਨੇ ਦੂਸਰੇ ਸਿੱਖ ਨੂੰ ਭੇਜਿਆ, ਪੁੱਤਰਾਂ ਨੂੰ ਭੇਜਿਆ, ਕਿਸੇ ਨੇ ਕੁਝ ਆਣ ਕੇ ਕਿਹਾ, ਕਿਸੇ ਨੇ ਕੁਝ ਆਣ ਕੇ ਕਿਹਾ, ਪਰ ਬਾਬਾ ਲਹਿਣਾ ਜੀ ਦੀ ਰਸਨਾ ਤੋਂ ਵਾਪਸ ਆਣ ਕੇ ਬਚਨ ਹੁੰਦੇ ਨੇ, ਮੇਰੇ ਪਾਤਸ਼ਾਹ ਮੈਂ ਕੌਣ ਵਾਂ
ਤੇਰੀ ਕੁਦਰਤ ਦੀ ਇਸ ਰਾਤ ਦਾ ਅੰਦਾਜ਼ਾ ਲਾ ਲਵਾਂ। ਮੈਂ ਤੇ ਇੰਨਾ ਹੀ ਕਹਿ ਸਕਦਾ, ਮੇਰੇ ਮਾਲਕਾ, ਜਿੰਨੀ ਤੂੰ ਲੰਘਾ ਦਿੱਤੀ ਉਹ ਲੰਘ ਗਈ ਏ, ਜਿੰਨੀ ਤੂੰ ਵਾਪਸ ਰੱਖੀ ਉਹ ਬਾਕੀ ਬਚਦੀ ਏ। ਇੱਥੋਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿਆਲੀ ਰੁੱਤ ਮੀਂਹ ਪੈਂਦਾ ਹੋਵੇ ਤੇ ਜਿਸ ਤਰ੍ਹਾਂ ਪੁਰਾਣੀਆਂ ਕੱਚੀਆਂ ਕੰਧਾਂ ਸਨ, ਉਹ ਕਿਸੇ ਇੱਕ ਮਕਾਨ ਦੀ, ਇੱਕ ਕਮਰੇ ਦੀ ਕੰਧ ਢੱਠ ਜਾਏ ਤੇ ਬਾਬੇ ਲਹਿਣੇ ਵਰਗੇ ਸਿੱਖ ਨੂੰ ਹੁਕਮ ਹੋਵੇ, ਪੁਰਖਾ ਹੁਣੇ ਹੀ ਬਣਾਉਣੀ ਏ, ਹੁਣੇ ਹੀ ਬਣਾਉਣੀ ਏ। ਤੇ ਸੱਚ ਜਾਣਿਓ, ਪੋਹ ਦੀਆਂ ਰਾਤਾਂ ਹੋਣ, ਉਧਰੋਂ ਮੀਂਹ ਪੈਂਦਾ ਹੋਵੇ ਤੇ ਕੱਚੀ ਕੰਧ ਬਣਾਉਣੀ ਹੋਵੇ, ਸ਼ਾਇਦ ਇਹਨਾਂ ਬੱਚਿਆਂ ਨੂੰ ਨਹੀਂ ਪਤਾ ਲੱਗਣਾ ਇਸ ਗੱਲ ਦਾ। ਜਿਨ੍ਹਾਂ ਨੇ ਕਿਤੇ ਆਪਣੀਆਂ ਜੀਵਨ ਵਿੱਚ ਪੰਜਾਬ ਵਿੱਚ ਇਹ ਕੱਚੀਆਂ ਕੰਧਾਂ, ਕੱਚੀ ਮਿੱਟੀ ਦੇ ਘਰ ਬਣਾਏ, ਉਹਨਾਂ ਨੂੰ ਪਤਾ ਹੋਏਗਾ ਕਿਵੇਂ ਬਣਦੇ ਨੇ ਇਹ ਕੱਚੇ ਮਿੱਟੀ ਦੇ ਘਰ। ਫਿਰ ਜਦੋਂ ਮੀਂਹ ਪੈਂਦਾ, ਜਿੰਨਾ ਕੁ ਥੋਬਾ ਲਾਉਂਦਾ ਉਹ ਖੁਰਦਾ ਜਾਂਦਾ, ਜਿੰਨਾ ਕੁ ਮਿੱਟੀ ਗੋਲ ਕਰਕੇ ਉੱਤੇ ਰੱਖਦਾ, ਜਦੋਂ ਉਹਨੂੰ ਦੂਜੀ ਵਾਰੀ ਲਿਆਉਂਦਾ ਉਦੋਂ ਨੂੰ ਮੀਂਹ ਖੋਰ ਦਿੰਦਾ। ਕੁਝ ਸਿੱਖ ਆਪਣੇ ਕਮਰਿਆਂ 'ਚੋਂ ਬੈਠੇ ਹੋਏ ਮਾਨੋ ਖਿੜਕੀਆਂ ਥਾਣੀਆਂ ਵੇਖਦੇ ਨੇ ਤੇ ਸਾਡੇ ਤੁਹਾਡੇ ਸੁਭਾਅ ਵਾਂਗੂ ਕੋਈ ਕੁਝ ਗੱਲਾਂ ਕਰਦਾ, ਕੋਈ ਕੁਝ ਗੱਲਾਂ ਕਰਦਾ, ਲਹਿਣੇ ਦੀ ਮੱਤ ਮਾਰੀ ਗਈ, ਇਹ ਪਾਗਲ ਹੋ ਗਿਆ, ਇਹਨੂੰ ਸਮਝ ਨਹੀਂ, ਇਹ ਕਹਿ ਨਹੀਂ ਸਕਦਾ ਗੁਰੂ ਨੂੰ ਵੀ ਸੱਚੇ ਪਾਤਸ਼ਾਹ ਸਵੇਰੇ ਦਿਨ ਚੜ੍ਹ ਲੈਣ ਦਿਓ, ਦਿਨੇ ਬਣਾ ਦਿਆਂਗੇ, ਰਾਤ ਕਿਤੇ ਭੱਜਾ ਜਾਂਦਾ ਕਮਰਾ। ਸਾਡੇ ਕੋਲੇ ਕਿਤੇ ਇਹ ਗੱਲ ਆਵੇ, ਅਸੀਂ ਇਹੋ ਕੁਝ ਕਵਾਂਗੇ ਗੁਰੂ ਨੂੰ। ਜੇ ਕਿਤੇ ਸਾਡੇ ਸਾਹਮਣੇ ਕੋਈ ਇਹੋ ਜਿਹੀ ਪ੍ਰੀਖਿਆ ਹੋਵੇ, ਅਸੀਂ ਆਪਣੀ ਮੱਤ ਦੱਸਾਂਗੇ ਮਹਾਰਾਜ ਨੂੰ, ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਕੀ ਪਤਾ, ਮੀਂਹ ਪੈਂਦਿਆਂ ਕਿਤੇ ਕੰਧ ਬਣ ਸਕਦੀ ਹੈ। ਪਰ ਬਾਬਾ ਲਹਿਣਾ ਜੀ ਨੇ ਨਹੀਂ ਕਿਹਾ, ਬਾਬਾ ਲਹਿਣਾ ਜੀ ਨੇ ਨਹੀਂ ਕਿਹਾ। ਬਾਬਾ ਲਹਿਣਾ ਜੀ ਨੂੰ ਜੋ ਹੁਕਮ ਹੋਇਆ, ਜੋ ਹੁਕਮ ਹੋਇਆ, ਜਿਵੇਂ ਅੱਗੇ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਵੀ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਨੇ ਥੜੇ ਬਣਾਉਣੇ ਨੇ। ਗੱਲ ਥੜੇ ਬਣਾਉਣ ਦੀ ਨਹੀਂ ਆ ਸਾਧ ਸੰਗਤ ਜੀ, ਗੱਲ ਥੜੇ ਬਣਾਉਣ ਦੀ ਨਹੀਂ ਸੀ, ਗੱਲ ਆਗਿਆ ਦੇ ਵਿੱਚ ਰਹਿਣ ਦੀ ਸੀ, ਗੱਲ ਹੁਕਮ ਦੇ ਵਿੱਚ ਰਹਿਣ ਦੀ ਸੀ। ਗੁਰੂ ਰਾਮਦਾਸ ਸਾਹਿਬ ਨੂੰ ਜਾ ਕਰਕੇ ਕਹਿੰਦੇ ਨੇ ਕੁਝ ਲੋਕ ਵੀ ਕੀ ਹੋ ਗਿਆ, ਤੈਨੂੰ ਵੀ ਪਤਾ ਹੈ ਵੀ ਗੁਰੂ ਅਮਰਦਾਸ ਸਾਹਿਬ ਜੀ ਦੀ ਉਮਰ ਵਡੇਰੀ ਏ। ਉਹਨਾਂ ਕਿਹਾ ਨਹੀਂ, ਥੜੇ ਦੀ ਗੱਲ ਨਹੀਂ ਹੈ, ਗੱਲ ਗੁਰੂ ਦੇ ਹੁਕਮ ਵਿੱਚ ਚੱਲਣ ਦੀ ਏ, ਗੁਰੂ ਦੀ ਰਜ਼ਾ ਵਿੱਚ ਰਹਿਣ ਦੀ ਏ। ਬਾਬਾ ਲਹਿਣਾ ਜੀ ਵਰਗਾ ਸਿਦਕੀ, ਬਾਬਾ ਲਹਿਣਾ ਜੀ ਵਰਗਾ ਪਰਖ ਦੀਆਂ ਕਸਵੱਟੀਆਂ ਵਿੱਚੋਂ ਪਾਸ ਹੋਣ ਵਾਲਾ ਹੋਰ ਕੋਈ ਹੈ ਹੀ ਨਹੀਂ। ਬਾਬਾ ਬੁੱਢਾ ਸਾਹਿਬ ਜੀ ਸਿੱਖ ਧਰਮ ਦੇ ਇੱਕ ਸਤੰਭ ਵਜੋਂ ਜਾਣੇ ਜਾਂਦੇ ਨੇ। ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਜੀਵਨ ਨੂੰ ਸਿੱਖੀ ਵਿੱਚ ਇੰਨਾ ਮਾਣ ਹੈ, ਇੰਨਾ ਮਾਣ ਹੈ ਕਿ ਇਤਿਹਾਸ ਸੂਰਜ ਪ੍ਰਕਾਸ਼ ਜਦੋਂ ਪੋਥੀ ਪੰਜਵੀਂ ਆਰੰਭ ਹੁੰਦੀ ਹੈ ਨਾ, ਉੱਥੇ ਸਾਰੇ ਤੋਂ ਪਹਿਲਾ ਚੈਪਟਰ ਹੀ ਭਾਈ ਸੰਤੋਖ ਸਿੰਘ ਨੇ ਬਾਬਾ ਬੁੱਢਾ ਸਾਹਿਬ ਦਾ ਲਿਖਿਆ। ਉਹ ਦੱਸਦੇ ਨੇ, ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਦਾ ਸਿੱਖ ਧਰਮ ਵਿੱਚ ਇੰਨਾ ਸਤਿਕਾਰ, ਗੁਰੂ ਨਾਨਕ ਦੇਵ ਸਾਹਿਬ ਤੋਂ ਬੁੱਢਾ, ਗੁਰੂ ਅਰਜਨ ਦੇਵ ਸਾਹਿਬ ਤੋਂ ਭਾਈ, ਇਹ ਸਾਰੇ ਤਖੱਲਸ ਬਾਬਾ ਬੁੱਢਾ ਸਾਹਿਬ ਨੂੰ ਮਿਲੇ। ਇਹਨਾਂ ਦੀ ਰਸਨਾ ਤੋਂ ਨਿਕਲਿਆ ਕੋਈ ਬੋਲ ਕਦੇ ਗੁਰੂ ਸਾਹਿਬ ਨੇ ਨਹੀਂ ਟਾਲਿਆ। ਜਦੋਂ ਵੀ ਕਿਤੇ ਰਸਨਾ ਤੋਂ ਬੋਲ ਕੱਢਦੇ ਰਹੇ ਨਾ ਬਾਬਾ ਬੁੱਢਾ ਸਾਹਿਬ ਜੀ, ਮਾਨੋ ਜਿਵੇਂ ਸਲਾਹ ਦਿੰਦੇ ਰਹੇ ਗੁਰੂ ਸਾਹਿਬ ਜੀ ਨੂੰ, ਇਹਨਾਂ ਦੀ ਸਲਾਹ ਦੀ ਸਤਿਕਾਰ ਹੁੰਦਾ ਰਿਹਾ, ਮਾਣ ਹੁੰਦਾ ਰਿਹਾ। ਪਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਮਾਤਾ ਦਮੋਦਰੀ ਜੀ ਨੇ ਜਦੋਂ ਬੇਨਤੀ ਕੀਤੀ, ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸੇਵਕ ਸਿੱਖ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਸੁਣਨਾ, ਸਾਰਿਆਂ ਦੇ ਸਨਮੁਖ ਬਾਬਾ ਬੁੱਢਾ ਸਾਹਿਬ ਨੇ ਇੱਥੇ ਇਤਿਹਾਸ ਸੁਣਾਇਆ। ਤੇ ਜਦੋਂ ਅਖੀਰਲੀ ਕਸਵੱਟੀ ਲੱਗਦੀ ਏ, ਅਖੀਰਲੀ ਕਸਵੱਟੀ ਚੱਲਦੀ ਏ, ਬਾਬਾ ਬੁੱਢਾ ਸਾਹਿਬ ਨੇ ਸਾਰੀ ਹਿਸਟਰੀ ਆਪਣੇ ਜ਼ਬਾਨੀ ਆਪਣੀ ਰਸਨਾ ਤੋਂ ਦਰਸਾਈ। ਉਸ ਵੇਲੇ ਕਹਿੰਦੇ ਸਾਰੇ ਹੀ, ਇੱਥੇ ਆਪਾਂ ਨਾ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਸ਼ਬਦ ਵੀ ਆਉਂਦਾ ਹੈ, ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਕੇ ਸਦਾ ਬਿਆਲ, ਕੂਲ ਸ਼ੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਸ ਵੇਲੇ ਪਰਖ ਲੈਣ ਵਾਸਤੇ, ਇਮਤਿਹਾਨ ਲੈਣ ਵਾਸਤੇ ਜੋ ਰੂਪ ਸੀ ਨਾ, ਉਹ ਇਹੋ ਜਿਹਾ ਸੀ। ਇਤਿਹਾਸ ਅਨੁਸਾਰ ਕਹਿੰਦੇ ਇਸ ਤਰ੍ਹਾਂ ਦਾ ਕਿ ਮਹਾਰਾਜ ਨੇ ਆਪਣੇ ਕੱਪੜੇ ਪਾੜ ਲਏ, ਆਪਣੇ ਸਰੀਰ ਦੇ ਉੱਤੇ ਰੱਸੀਆਂ, ਵਾਣ ਜਿਹਨੂੰ ਕਹਿੰਦੇ ਸੀ ਆਪਣੇ ਜ਼ਮਾਨੇ 'ਚ, ਵਾਣ ਦੀਆਂ ਰੱਸੀਆਂ ਸੁੱਟ ਲਈਆਂ ਸਾਰਿਆਂ ਮੋਢਿਆਂ ਤੋਂ ਦੀ ਥੱਲੇ ਨੂੰ। ਤੇ ਸੱਚ ਜਾਣਿਓ, ਜਦੋਂ ਰੱਸੀਆਂ ਸੁੱਟੀਆਂ ਨਾ, ਤੇ ਰੱਸੀਆਂ ਦੇ ਉੱਤੇ ਮਹਾਰਾਜ ਨੇ ਸਿੱਖ ਦੇ ਕੋਲੋਂ ਲੱਸੀ ਛਿੜਕਾਈ, ਲੱਸੀ ਉਹਦੇ ਉੱਤੇ ਡੁਲਾ ਲਈ। ਹੁਣ ਉਹ ਲੱਸੀ ਦੀ ਸਮੈਲ ਵਾਣ ਦੇ ਨਾਲ ਮਿਲ ਕੇ ਕਿਹੋ ਜਿਹਾ ਰੂਪ ਬਣ ਗਈ, ਉੱਥੇ ਮੱਖੀਆਂ ਦੀ ਭਣਕਾਰ ਚੱਲਦੀ ਏ।
ਇਹੋ ਜਿਹਾ ਸਾਰਾ ਕੁਝ ਰੂਪ ਧਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਵਿੱਚ ਇੱਕ ਡੰਡਾ ਲੈ ਲਿਆ। ਏਕ ਸਵਾਨ ਦੋਏ ਸਵਾਨੀ ਨਾਲ, ਇਹਦੇ ਤੋਂ ਇਤਿਹਾਸਕਾਰ ਕਹਿੰਦੇ ਨੇ ਵੀ ਕੁੱਤੇ ਆਦਿਕ, ਕੁੱਤੀਆਂ ਆਦਿਕ ਇਸ ਤਰ੍ਹਾਂ ਨਾਲ ਲੈ ਲਈਆਂ ਤੇ ਘਰੋਂ ਨਿਕਲ ਤੁਰੇ, ਧਰਮਸ਼ਾਲਾ ਤੋਂ ਬਾਹਰ ਨੂੰ ਹੋ ਤੁਰੇ। ਤੇ ਨਾਲ ਨਾਲ ਸਿੱਖ ਵੀ ਮਗਰ, ਸਾਰੇ ਸਾਡੇ ਵਰਗੇ ਸਾਰੇ ਤੁਰ ਪਏ ਵੀ ਮਹਾਰਾਜ ਚੱਲੇ ਨੇ, ਅਸੀਂ ਮਗਰ ਜਾਣਾ। ਤੇ ਇੱਥੇ ਜ਼ਿਕਰ ਆਉਂਦਾ ਵੀ ਪਹਿਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਤੁਸੀਂ ਕਿੱਧਰ ਚੱਲੇ ਹੋ? ਕਹਿੰਦੇ ਜੀ ਮਹਾਰਾਜ ਤੁਹਾਡੇ ਨਾਲ। ਮਹਾਰਾਜ ਕਹਿੰਦੇ ਮੇਰੇ ਨਾਲ ਕਿਉਂ? ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਮਹਾਰਾਜ ਨੇ ਲੰਗਰ ਬੰਦ ਕਰ ਦਿੱਤਾ। ਲੰਗਰ ਜਿੱਥੇ ਅੱਜ ਆਪਾਂ ਆਉਂਦੇ ਨਾ, ਸੰਗਤ 'ਚ ਆਉਂਦੇ ਆ, ਪਹਿਲੀ ਗੱਲ ਆ, ਮੈਂ ਸਾਰਿਆਂ ਦੀ ਤੇ ਨਹੀਂ ਕਰਦਾ, ਪਰ ਬਹੁਤ ਪਰਸੈਂਟੇਜ ਸਾਡੀ ਹੁੰਦੀ ਹੈ ਵੀ ਸੰਗਤ ਫਲਾਣੇ ਗੁਰਦੁਆਰੇ ਜਾਣਾ, ਉੱਥੇ ਲੰਗਰ 'ਚ ਕੀ ਆ, ਵੀ ਜਿਹੜੇ ਗੁਰਦੁਆਰੇ ਸਾਡੀ ਪਸੰਦ ਦਾ ਲੰਗਰ ਪ੍ਰਸ਼ਾਦਾ ਬਣਿਆ ਹੋਊ ਉਹ ਗੁਰਦੁਆਰੇ ਨੂੰ ਆਪਾਂ ਜ਼ਿਆਦਾ ਭੱਜ ਕੇ ਜਾਵਾਂਗੇ। ਹੁਣ ਪਹਿਲੀ ਕਸਵੱਟੀ ਮਹਾਰਾਜ ਨੇ ਇੱਥੇ ਲਵਾਈ, ਲੰਗਰ ਬੰਦ ਕਰ ਦਿੱਤਾ ਕੁਝ ਦਿਨ। ਤੇ ਮੇਰੇ ਵਰਗੇ ਜਿਹੜੇ ਇਕੱਲੇ ਲੰਗਰ ਦੇ ਸ਼ਕੂਵੇ ਸੀ ਉਹ ਤੇ ਭੱਜ ਗਏ ਛੱਡ ਕੇ। ਹੁਣ ਉਹ ਤੋਂ ਬਾਅਦ ਦੂਸਰੀ ਕਸਵੱਟੀ ਲੱਗੀ ਵੀ ਮਹਾਰਾਜ ਨੇ ਇਹੋ ਜਿਹਾ ਰੂਪ ਧਾਰ ਕੇ ਜਦੋਂ ਤੁਰੇ, ਸਿੱਖ ਮਗਰ ਤਰਦੇ ਨੇ। ਤੇ ਪਹਿਲੋਂ ਮਹਾਰਾਜ ਨੇ ਜਿਹੜਾ ਹੱਥ ਵਿੱਚ ਡੰਡਾ ਫੜਿਆ ਸੀ, ਜਿਹੜੇ ਕੁੱਤੇ ਨਾਲ ਸੀ ਉਹ ਪਵਾਉਂਦੇ ਆ, ਕਈ ਉਹਨਾਂ ਤੋਂ ਡਰ ਕੇ ਭੱਜ ਗਏ। ਜਿਹੜੇ ਥੋੜ੍ਹੀ ਜਿਹੀ ਗਿਣਤੀ ਦੇ ਗਾਂਹ ਲੰਘੇ, ਮਹਾਰਾਜ ਨੇ ਉੱਥੇ ਪੈਸਿਆਂ ਦਾ ਢੇਰ, ਫਿਰ ਸੋਨੇ ਦੀਆਂ ਮੋਹਰਾਂ ਦਾ ਢੇਰ। ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ ਇਤਿਹਾਸ ਆਉਂਦਾ ਹੈ ਵੀ ਇਹ ਚੀਜ਼ਾਂ ਦਿਖਾਈਆਂ। ਮੇਰੇ ਵਰਗੇ ਜਿਹੜੇ ਆਪਣੇ ਆਪ ਨੂੰ ਬਹੁਤੇ ਸਿਰ ਕੱਢ ਖਵਾਉਂਦੇ ਸੀ, ਜਿੱਥੋਂ ਤੱਕ ਜਾ ਕਰਕੇ ਮੁੜ ਕੇ ਸੋਨੇ ਦੀਆਂ ਮੋਹਰਾਂ ਦੇ ਢੇਰ ਆਏ, ਉੱਥੋਂ ਗਾਹ ਨਾ ਲੰਘ ਪਾਏ, ਉੱਥੋਂ ਗਾਹ ਨਾ ਲੰਘ ਪਾਏ। ਫਿਰ ਇੱਥੇ ਸਾਰਿਆਂ ਨੇ ਫਿਰ ਮੁੜ ਕੇ ਆਪਸ ਵਿੱਚ ਜਿਹੜਾ ਕੋਈ ਸਰਮੁਜ਼ ਹੁੰਦੀ ਹੈ ਨਾ, ਵੀ ਲੈ ਯਾਰ ਕੀ ਲੈਣਾ ਗੁਰੂ ਕੋ, ਵੀ ਗੁਰੂ ਦੀ ਤੇ ਉਮਰ ਵੀ 70-72 ਹੋ ਹੀ ਗਈ ਆ, ਪਤਾ ਹੀ ਏ ਵੀ ਇਹੋ ਜਿਹਾ ਰੂਪ ਹੋ ਗਿਆ। ਲੱਗਦਾ ਤੇ ਇਸ ਤਰ੍ਹਾਂ ਹੀ ਹੈ ਨਾ ਵੀ ਜਿਵੇਂ ਦੁਨੀਆ ਦੇ ਹਿਸਾਬ ਕਿਤਾਬ ਨਾਲ ਉਹਨਾਂ ਦੀ ਮੱਤ ਤੇ ਟਿਕਾਣੇ ਨਹੀਂ ਰਹੀ। ਆਹ ਮੋਹਰਾਂ ਮਿਲਦੀਆਂ ਨੇ, ਜੇ ਹੋਰ ਜਿੱਦ ਕਰਕੇ ਗਾਂਹ ਗਏ, ਪਤਾ ਨਹੀਂ ਇਹ ਵੀ ਨਾ ਕਿਤੇ ਖਿਸਕ ਜਾਣ, ਇਹ ਵੀ ਨਾ ਲੱਭਣੀਆਂ। ਇਹੋ ਜਿਹੇ ਹਾਲਾਤ ਵਿੱਚ ਕੁਝ ਪਿੱਛੇ ਨੂੰ ਮੁੜਦੇ ਜਾਂਦੇ ਨੇ। ਅਖੀਰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਵੀ ਇਹਨਾਂ ਕਸਵੱਟੀਆਂ ਤੋਂ ਲੰਘ ਕੇ ਅਸੀਂ 4 ਜਾਣੇ ਬਾਕੀ ਬਚੇ, 4 ਜਾਣੇ। ਵੇਖੋ ਹੁਣ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਇੱਕ ਕਸਵੱਟੀ, ਇਹ ਪ੍ਰੀਖਿਆ ਕੋ ਸੌਖੀ ਨਹੀਂ ਸੀ। ਉੱਥੇ ਭਾਈ ਭਗੀਰਥ ਜੀ, ਭਾਈ ਸਧਾਰਨ ਜੀ, ਬਾਬਾ ਬੁੱਢਾ ਜੀ ਅਤੇ ਬਾਬਾ ਲਹਿਣਾ ਜੀ। ਬਾਬਾ ਬੁੱਢਾ ਸਾਹਿਬ ਦੀ ਰਸਨਾ ਤੋਂ ਇਹ ਆਉਂਦਾ ਵੀ 4 ਸਿੱਖ ਅਸੀਂ ਬਾਕੀ ਬਚੇ, 4। ਤੇ ਜਦੋਂ ਅਸੀਂ 4 ਬਚੇ, ਇਹਨਾਂ ਲੋਭ ਲਾਲਚਾਂ ਵਾਲੇ ਕਿਸੇ ਮਾਇਆ ਦੇ ਪੱਖ ਵਿੱਚ ਨਹੀਂ ਗਰਸੇ ਗਏ, ਤੇ ਮਹਾਰਾਜ ਨੇ ਅਖੀਰ ਨੇ ਕਿਹਾ ਵੀ ਤੁਸੀਂ ਨਹੀਂ ਜਾਂਦੇ। ਤੇ ਸਤਿਗੁਰੂ ਸਾਹਿਬ ਦੇ ਸਨਮੁਖ ਕਹਿੰਦੇ ਅਸੀਂ ਬੇਨਤੀ ਕੀਤੀ, ਮਹਾਰਾਜ ਅਸੀਂ ਆਪ ਜੀ ਦੀਆਂ ਖੁਸ਼ੀਆਂ ਲੈਣੀਆਂ, ਆਪ ਜੀ ਦੇ ਦਰੋਂ ਬਰਕਤਾਂ ਲੈਣ ਆਏ ਆ। ਤਾਂ ਉੱਥੇ ਫਿਰ ਬਾਬਾ ਬੁੱਢਾ ਸਾਹਿਬ ਜੀ ਆਪਣੀਆਂ ਅੱਖਾਂ ਵਿੱਚ ਜਲ ਦੇ ਹੰਝੂ ਘੇਰ ਕੇ ਕਹਿੰਦੇ, ਇੱਕ ਕਸਵੱਟੀ ਆਖਰੀ ਲੱਗੀ, ਹੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ, ਉੱਥੇ ਅਸੀਂ ਵੀ ਹਾਰ ਗਏ, ਉੱਥੇ ਅਸੀਂ ਵੀ ਹਾਰ ਗਏ। ਉਹ ਫਿਰ ਜਦੋਂ ਮਹਾਰਾਜ ਨੂੰ ਬਚਨ ਹੋਇਆ ਵੀ ਮਹਾਰਾਜ ਇਹ ਤੁਹਾਡੀਆਂ ਖੁਸ਼ੀਆਂ ਲੈਣੀਆਂ, ਮਹਾਰਾਜ ਕਹਿੰਦੇ ਜੇ ਮੇਰੀਆਂ ਖੁਸ਼ੀਆਂ ਲੈਣੀਆਂ ਤੇ ਬਚਨ ਮੰਨੋ। ਮਹਾਰਾਜ ਜੀ ਕੀ ਹੁਕਮ ਹੈ? ਕਹਿੰਦੇ ਜੇ ਬਚਨ ਮੰਨਣਾ ਤੇ ਆਓ ਮੁਰਦਾ ਖਾਓ, ਮੁਰਦਾ। ਉੱਥੇ ਫਿਰ ਵਾਹਿਗੁਰੂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕੇਵਲ ਸਾਡੇ ਚਵਾਂ ਚੋਵੀਂ ਇੱਕੋ ਹੀ ਪਾਸ ਹੋਇਆ, ਇੱਕੋ ਹੀ, ਉਹ ਸੀ ਬਾਬਾ ਲਹਿਣਾ। ਅਸੀਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਅਸੀਂ ਉੱਥੇ ਝਾੜੀਆਂ ਦੇ ਓਲੇ, ਭਾਵ ਕਿ ਜਿਹੜੀਆਂ ਬੇਰੀਆਂ ਜਾਂ ਮਲਾਹ ਉੱਥੇ ਝਾੜੀਆਂ ਜਿਹੀਆਂ ਬਣੀਆਂ ਸੀ ਨਾ, ਜਦੋਂ ਨੂੰ ਗਏ ਮਹਾਰਾਜ ਜੰਗਲ ਵੱਲ ਨੂੰ, ਜਦੋਂ ਮਹਾਰਾਜ ਨੇ ਮੁਰਦਾ ਖਾਣ ਦੀ ਗੱਲ ਕੀਤੀ, ਬਾਬਾ ਬੁੱਢਾ ਸਾਹਿਬ ਨੇ ਆਪ ਪ੍ਰਵਾਨ ਕੀਤੀ, ਕਹਿੰਦੇ ਅਸੀਂ ਉਹਨਾਂ ਝਾੜੀਆਂ ਦੇ ਓਲੇ ਲੁਕ ਗਏ। ਫਿਰ ਉੱਥੇ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਅਨੁਸਾਰ ਕਹਿੰਦੇ ਇਹ ਮੁਰਦਾ ਖਾਣ ਦੇ ਵਾਸਤੇ ਜੇ ਤਿਆਰ ਹੋਇਆ ਤੇ ਇਕੱਲਾ ਬਾਬਾ ਲਹਿਣਾ ਤਿਆਰ ਹੋਇਆ। ਅਸਲ ਵਿੱਚ ਮੁਰਦਾ ਖਾਣ ਦੀ ਗੱਲ ਨਹੀਂ ਸੀ, ਆਪਣੇ ਅੰਦਰ ਦੀ ਹਉ ਨੂੰ ਮਾਰ ਦੇਣ ਵਾਲੀ, ਮੁਰਦਾ ਬਣਾਉਣ ਵਾਲੀ ਗੱਲ ਸੀ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨਾਂ ਨਾਲ ਇਸ ਤਰ੍ਹਾਂ ਸਾਰੀਆਂ ਕਸਵੱਟੀਆਂ ਤੋਂ ਪੂਰੇ ਉਤਰ ਕੇ ਬਾਬਾ ਲਹਿਣਾ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 1596 ਬਿਕਰਮੀ ਸੰਮਤ ਅੱਸੂ ਸੁਦੀ 10ਵੀਂ ਵਾਲੇ ਦਿਨ ਆਪਣੇ ਤੋਂ ਅੱਗੇ ਆਪਣੀ ਗਲਵੱਕੜੀ ਵਿੱਚ ਲੈ ਕੇ ਆਪਣੇ ਅੰਗਾਂ ਨਾਲ ਸੁਹਾ ਕੇ ਉਸ ਲਹਿਣੇ ਨੂੰ ਅੰਗਦ ਬਣਾ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੋਤ ਦੇ ਦੂਸਰੇ ਪ੍ਰਕਾਸ਼ਮਾਨ ਬਣਾ ਦਿੱਤਾ। ਪਰ ਇੱਥੋਂ ਕੁਝ ਸਮਾਂ ਬਾਅਦ ਜਿਹੜੇ ਸਾਹਿਬਜ਼ਾਦੇ ਸਨ, ਬਾਬਾ ਸ੍ਰੀ ਚੰਦ ਸਾਹਿਬ, ਬਾਬਾ ਲਖਮੀ ਦਾਸ ਸਾਹਿਬ, ਉਹਨਾਂ ਦੇ ਕੁਝ ਮਨ ਦੇ ਉਤਰਾ ਚੜ੍ਹਾਅ ਆਏ। ਮਹਾਰਾਜ ਨੇ ਹੁਕਮ ਕੀਤਾ ਭਾਈ ਪੁਰਖਾ ਕਰਤਾਰਪੁਰ ਛੱਡ ਦੇ। ਇਸ ਤਰ੍ਹਾਂ ਮਹਾਰਾਜ ਦਾ ਹੁਕਮ ਮੰਨ ਕੇ ਉਹ ਖਡੂਰ ਸਾਹਿਬ ਆਣ ਕੇ ਵਸੇ। ਇੱਥੇ ਕੁਝ ਸਮਾਂ ਮਹਾਰਾਜ ਸਰੀਰ ਕਰਕੇ ਬਾਅਦ ਵਿੱਚ ਰਹੇ,
ਪਰ ਉਹਦੇ ਵਿੱਚ ਵੀ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਵਿਛੋੜੇ ਵਿੱਚ ਤਾਬ ਨਾ ਚੱਲ ਪਾਏ, ਜਾ ਕਰਕੇ ਗੁਪਤ ਪਹਿਰੇ ਵਿੱਚ ਵਸ ਗਏ। ਲੰਬਾ ਇਤਿਹਾਸ ਹੈ। ਇੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਅੱਸੂ ਸੁਦੀ 10ਵੀਂ ਨੂੰ 1596 ਬਿਕਰਮੀ ਸੰਮਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਰੀਰ ਦਾ ਜੋਤੀ ਜੋ ਸਮਾਉਣ ਵਾਸਤੇ ਜਦੋਂ ਸੰਗਤਾਂ ਦੇ ਸਾਹਮਣੇ ਇਹ ਪੇਸ਼ਕਸ਼ ਕੀਤੀ, ਸੰਗਤਾਂ ਵੈਰਾਗ ਵਿੱਚ ਆਈਆਂ। ਸੰਗਤਾਂ ਦੇ ਭਰੇ ਦਰਬਾਰ ਵਿੱਚ ਜ਼ਿਕਰ ਆਉਂਦਾ ਵੀ ਮਹਾਰਾਜ ਨੇ ਆਪਣੇ ਰਸਨਾ ਤੋਂ ਆਪ ਬਾਣੀ ਦਾ ਪਾਠ ਕਰਕੇ ਆਪਣੇ ਸਰੀਰ ਉੱਪਰ ਚਾਦਰਾ ਓੜ ਕੇ, ਆਪਣੇ ਸਰੀਰ ਉੱਪਰ ਚਾਦਰਾ ਲੈ ਕੇ ਆਪਣੇ ਸਰੀਰ ਨੂੰ ਸ਼ਾਂਤ ਕਰ ਦਿੱਤਾ। ਉੱਥੇ ਫਿਰ ਸਿੱਖਾਂ ਦੀ ਕੁਝ ਆਪਸੀ ਖਿੱਚਮ ਖਿੱਚ ਹੋਈ, ਜੇ ਕਿਉਂਕਿ ਗੁਰੂ ਸਾਹਿਬ ਜੀ ਦੇ ਬਚਨ ਪਾਵਨ ਪਵਿੱਤਰ ਪਰਉਪਕਾਰ ਵਾਸਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਵੀ ਜਾ ਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਦੇਵ ਸਾਹਿਬ ਜੀ ਮੁਸਲਮਾਨਾਂ ਦੇ ਪੀਰ ਸਨ, ਹਿੰਦੂ ਦੇ ਧਰਮ ਦੇ ਉੱਤੇ ਬਲੀਵ ਕਰਨ ਵਾਲਿਆਂ ਦੇ ਗੁਰੂ ਸਨ। ਸਾਰੇ ਉਹਨਾਂ ਨੂੰ ਆਪਣੇ ਸਤਿਕਾਰ ਦਿੰਦੇ ਸਨ। ਇਸ ਕਰਕੇ ਇੱਥੇ ਥੋੜ੍ਹੀ ਜਿਹੀ ਵਾਰਤਾਲਾਪ ਨਾਲ ਕੁਝ ਆਪਸ ਵਿੱਚ ਵਿਚਾਰਧਾਰਾ ਦੀ ਉੱਚੀ ਨੀਵੀਂ ਵਿਚਾਰ ਵੀ ਹੋਈ। ਕਹਿਣ ਲੱਗੇ ਨਹੀਂ ਇਹਨਾਂ ਦੇ ਸਰੀਰ ਦਾ ਅਸੀਂ ਸਤਿਕਾਰ ਕਰਨਾ ਹੈ, ਦੂਜੇ ਕਹਿੰਦੇ ਨਹੀਂ ਅਸੀਂ ਇਹਨਾਂ ਦਾ ਸਰੀਰ ਨੂੰ ਦਫਨਾਉਣਾ ਹੈ। ਇਤਿਹਾਸ ਕਹਿੰਦਾ ਵੀ ਇਹ ਸਾਰੇ ਝਗੜੇ ਵਿੱਚ ਜਦੋਂ ਇਹਨਾਂ ਦਾ ਕੋਈ ਫੈਸਲਾ ਨਾ ਹੋ ਪਾਇਆ, ਅਖੀਰ ਕਰਦਿਆਂ ਕਰਾਉਂਦਿਆਂ ਜਦੋਂ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਸਰੀਰ ਦੇ ਦਰਸ਼ਨ ਕਰਨੇ ਚਾਹੇ ਤੇ ਉਸ ਚਾਦਰ ਦੇ ਥੱਲੇ ਕੁਝ ਵੀ ਨਹੀਂ ਸੀ। ਭਾਵ ਕਿ ਸਿੱਖ ਜਗਤ ਦੇ ਇਤਿਹਾਸ ਵਿੱਚ ਜਿਨ੍ਹਾਂ ਨੂੰ ਇਸ ਗੱਲ ਦੀ ਭਾਵਨਾ ਹੈ, ਇਹ ਜ਼ਿਕਰ ਆਉਂਦਾ ਹੈ ਵੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਅਤੇ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਆਪਣੀ ਦੇਹ ਸਮੇਤ ਸੱਚਖੰਡ ਗਏ ਨੇ, ਸਰੀਰ ਸਮੇਤ ਸੱਚਖੰਡ ਗਏ ਨੇ। ਔਰ ਉੱਥੇ ਉਹ ਮੁਸਲਮਾਨਾਂ ਤੇ ਹਿੰਦੂਆਂ ਦੇ ਝਗੜੇ ਨੇ, ਜਿਹੜੀ ਉਹਨਾਂ ਦੇ ਉੱਤੇ ਚਾਦਰ ਓੜੀ ਸੀ, ਇਹ ਜ਼ਿਕਰ ਆਉਂਦਾ ਵੀ ਉਹਨੂੰ ਅੱਧੀ ਅੱਧੀ ਕਰਕੇ ਅੱਧਿਆਂ ਨੇ ਆਪਣੀ ਮੱਤ ਅਨੁਸਾਰ ਆਪਣੇ ਸੁਭਾਅ ਅਨੁਸਾਰ ਉਹਦਾ ਸੰਸਕਾਰ ਕੀਤਾ, ਅੱਧਿਆਂ ਨੇ ਉਸ ਚਾਦਰ ਨੂੰ ਦਫਨਾ ਕੇ ਆਪਣੀ ਧਰਮ ਦੀ ਕਿਰਿਆ ਨਿਭਾ ਲਈ। ਇਸ ਤਰ੍ਹਾਂ ਇਸ ਕਰਤਾਰਪੁਰ ਦੇ ਵਿੱਚ ਬੇਅੰਤ ਐਸੇ ਪਰਉਪਕਾਰ, ਬੇਅੰਤ ਐਸੀਆਂ ਰਹਿਮਤਾਂ, ਬੇਅੰਤ ਐਸੀਆਂ ਸਿੱਖਿਆਵਾਂ, ਬੜਾ ਹੀ ਪਰਉਪਕਾਰ ਦਾ ਇਤਿਹਾਸ ਇਸ ਕਰਤਾਰਪੁਰ ਨਾਲ ਲੰਬਾ ਸਮਾਂ ਵਿਚਾਰਿਆ ਜਾ ਸਕਦਾ ਹੈ, ਜੋ ਗੁਰੂ ਨਾਨਕ ਦੇਵ ਸਾਹਿਬ ਦੇ ਪਵਿੱਤਰ ਜੀਵਨ ਨਾਲ ਜੁੜਿਆ ਹੋਇਆ ਹੈ। ਇੱਥੇ ਹੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬੜੇ ਸ਼ਬਦ ਬਾਣੀ ਦੇ ਉਚਾਰਨ ਕੀਤੇ ਨੇ। ਜਦੋਂ ਸਿੱਖ ਕੋਈ ਆਣ ਕੇ ਸਵਾਲ ਕਰਦਾ, ਉਹਦੇ ਆਧਾਰਤ ਮਹਾਰਾਜ ਬਾਣੀ ਦੇ ਸ਼ਬਦ ਨਾਲ ਉਪਦੇਸ਼ ਦਿੰਦੇ ਨੇ। ਜਿਹਨੇ ਮੈਂ ਪਹਿਲੋਂ ਜ਼ਿਕਰ ਕਰਕੇ ਆਇਆ ਵੀ ਜਿਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ ਵਾਲਾ ਸ਼ਬਦ ਵੀ ਮਹਾਂਪੁਰਸ਼ਾਂ ਦੇ ਦਰਸਾਈ ਉਥਾਨਕਾ ਅਨੁਸਾਰ ਇਸੇ ਥਾਂ ਤੇ ਜਦੋਂ ਮਾਤਾ ਸੁਲੱਖਣੀ ਜੀ ਨੇ ਆਣ ਕੇ ਬੇਨਤੀ ਕੀਤੀ ਏ ਤੇ ਮਾਤਾ ਸੁਲੱਖਣੀ ਜੀ ਨੂੰ ਉਪਦੇਸ਼ ਦੇ ਕੇ ਸਤਿਗੁਰੂ ਜੀ ਨੇ ਇਸ ਸ਼ਬਦ ਰਾਹੀਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਨਿਹਾਲ ਕੀਤਾ। ਇੱਥੇ ਹੋਰ ਬੜੇ ਭਾਈ ਸਿੰਘਾਂ ਜੀ, ਭਾਈ ਸਿੰਘਾਣਾ ਜੀ, ਭਾਈ ਲੰਗਾਹ ਜੀ, ਬੜੇ ਸਿੱਖਾਂ ਦੇ ਨਾਂ ਭਾਈ ਸਾਹਿਬ ਜੀ ਨੇ ਇਤਿਹਾਸ ਵਿੱਚ ਵੀ ਜ਼ਿਕਰ ਕੀਤੇ ਨੇ। ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ। ਸਮੇਂ ਦੀ ਘੜੀ ਦੀ ਸੂਈ ਅੱਗੇ ਲੰਘਦੀ ਜਾਂਦੀ ਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਉਪਕਾਰਾਂ ਦੇ ਇਤਿਹਾਸ ਦੇ ਇਹ ਮਹਾਨ ਲੰਬੇ ਚੌੜੇ ਪ੍ਰਸੰਗ ਨੂੰ ਮੈਂ ਪਹਿਲੋਂ ਬੇਨਤੀ ਕੀਤੀ ਸੀ ਕਿ ਸਾਡੇ ਸਰੀਰ ਦੇ ਜਿੰਨੇ ਰੋਮ ਨੇ ਓਨੀਆਂ ਵੀ ਜ਼ਬਾਨਾਂ ਬਣ ਜਾਣ ਤੇ ਸ਼ਾਇਦ ਸਮਗਰ ਰੂਪ ਦੇ ਵਿੱਚ ਨਹੀਂ ਕਥਨ ਕੀਤੇ ਜਾ ਸਕਦੇ। ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਤਾਰੇ ਗਿਨੇ ਜਾਤ ਤੇਰੇ ਤਾਰੇ ਨਾ ਗਨਾਤ ਹੈ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦੇਣੀ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਉਪਕਾਰਾਂ ਦੇ ਇਹਨਾਂ ਬਚਨਾਂ ਨੂੰ, ਸਤਿਗੁਰੂ ਜੀ ਦੇ ਪਵਿੱਤਰ ਉਪਦੇਸ਼ ਨੂੰ ਆਪਾਂ ਸਾਰੇ ਹੀ ਆਪਣੇ ਹਿਰਦੇ ਵਿੱਚ ਵਸਾਈਏ ਤਾਂ ਕਿ ਗੁਰੂ ਦੀਆਂ ਰਹਿਮਤਾਂ ਦੇ ਪਾਤਰ ਬਣ ਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ ਦੀ ਪ੍ਰਾਪਤੀ ਹੋ ਸਕੇ। ਭੁੱਲ ਚੁੱਕ ਦੀ ਮਾਫੀ, ਅੱਗੇ ਬਾਤ ਤੇ ਸਮਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।